बजियो ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਸ ਬੇਰੀ ਹੋਇ ਭਾਵ ਸੁਫਲ ਬਿਨ ਬੇਰੀ ਕਰ ਪਾਰ। ਇਸ ਬੇਰੀ ਹੋਇ ਭਾਵ ਸੁਫਲ ਬਿਨ ਬੇਰੀ ਕਰ ਪਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਇਤਿਆਦਿਕ ਸਭ ਕਰਤ ਭਾਰਤ ਅਧਿਕ ਭੀਰ ਹੋਈ ਤਹਿਆਨ। ਮਹਾਦੇਵ ਘਰ ਮਹਿ ਪਰਵੇਸ਼ਿਓ ਮਹਾ ਉਪਦਰਵ ਚਾਹਤ ਹਾਨ। ਇਤਿਆਦਿਕ ਸਭ ਕਰਤ ਭਾਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਵਿਦਿਆਰਥੀ ਦਮਨੀ ਟਕਸਾਲ, ਉਹਨਾਂ ਦੇ ਕੀਰਤਨੀ ਜਥੇ ਨੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕਰਵਾਇਆ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ।
ਆਪ ਸੰਗਤਾਂ ਨੇ ਪਿਛਲਾ ਪ੍ਰਸੰਗ ਸੁਣਿਆ। ਪ੍ਰਿਥੀਏ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦਿਵਾਉਣੀ, ਬ੍ਰਾਹਮਣ ਨੇ ਉਸ ਦਾ ਪੋਲ ਖੋਲ ਦੇਣਾ ਤੇ ਇਸ ਗੱਲ ਤੋਂ ਨਾਰਾਜ਼ ਹੋ ਕੇ ਪ੍ਰਿਥੀਆ ਹੁਣ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆਪਣਾ ਜੱਦੀ ਘਰ ਛੱਡ ਕੇ ਭੱਜਣ ਨੂੰ ਤਿਆਰ ਹੋ ਚੁੱਕਿਆ ਹੈ। ਜਦੋਂ ਮਹਾਦੇਵ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਤੋਂ ਵੱਡੇ, ਪ੍ਰਿਥੀਏ ਤੋਂ ਛੋਟੇ ਭਰਾ ਸਨ, ਉਹਨਾਂ ਨੂੰ ਇਹ ਖਬਰ ਮਿਲੀ ਵੀ ਸਾਡਾ ਵੱਡਾ ਭਰਾ ਪ੍ਰਿਥੀਆ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਝਗੜਾ ਕਰਕੇ ਕਿਧਰੇ ਜਾ ਰਿਹਾ ਹੈ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਪ੍ਰਿਥੀਆ ਜਾ ਕੇ ਕੋਈ ਨਾ ਕੋਈ ਹੋਰ ਉਪਦਰਵ ਨਾ ਕਰੇ, ਇਸ ਨੂੰ ਜਾਣ ਤੋਂ ਰੋਕਿਆ ਜਾਵੇ, ਇਹਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਸੰਧੀ ਕੀਤੀ ਜਾਵੇ। ਇਹ ਗੱਲਾਂ ਮਨ ਵਿੱਚ ਸੋਚ ਕੇ ਮਹਾਦੇਵ ਜੀ ਪ੍ਰਿਥੀਏ ਦੇ ਘਰ ਪਹੁੰਚੇ ਨੇ। ਜਿਵੇਂ ਅੱਗੇ ਮਹਾਦੇਵ ਜੀ ਤੇ ਪ੍ਰਿਥੀਏ ਦਾ ਆਪਸ ਵਿੱਚ ਸੰਵਾਦ ਹੋ ਰਿਹਾ ਹੈ, ਵਾਰਤਾਲਾਪ ਹੋ ਰਿਹਾ ਹੈ, ਕਵੀ ਸੰਤੋਖ ਸਿੰਘ ਜੀ ਉਸ ਨੂੰ ਕਾਲਮਬੰਦ ਕਰਕੇ ਸੰਗਤਾਂ ਨੂੰ ਸੋਹਣਾ ਇਤਿਹਾਸ ਸਰਵਣ ਕਰਵਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਸਭ ਕਰਤ ਭਾਰਤ, ਅਦਿਕ ਭੀਰ ਹੋਈ ਤਹਿਆਨ। ਜਦੋਂ ਪ੍ਰਿਥੀਆ ਜਾਣ ਦੀ ਤਿਆਰੀ ਕਰ ਰਿਹਾ ਸੀ, ਲੋਕ ਵੇਖਣ ਵਾਸਤੇ ਆ ਗਏ ਨੇ। ਉੱਥੇ ਬਹੁਤ ਸਾਰੀ ਭੀੜ ਹੋ ਗਈ। ਕੁਦਰਤੀ ਗੱਲ ਹੈ, ਜਦੋਂ ਕੋਈ ਆਦਮੀ ਵਸਦਾ ਰਸਦਾ ਘਰ ਛੱਡ ਕੇ ਜਾ ਰਿਹਾ ਹੋਵੇ, ਪਿੰਡ ਦੇ ਲੋਕ, ਉਹਦੇ ਹਮਾਇਤੀ ਵੀ ਤੇ ਜਿਹੜੇ ਵਿਰੋਧੀ ਵੀ ਤੇ ਸਧਾਰਨ ਬੰਦੇ ਵੀ ਉਹ ਦੇਖਣ ਵਾਸਤੇ ਆ ਜਾਂਦੇ ਨੇ। ਹੁਣ ਉੱਥੇ ਬਹੁਤ ਸਾਰੀ ਭੀੜ ਜਮ੍ਹਾਂ ਹੋ ਚੁੱਕੀ ਹੈ। ਮਹਾਦੇਵ ਕਰ ਮਾਹਿ ਪਰਵੇਸ਼ਿਓ, ਮਹਾ ਉਪਦਰਵ ਚਾਹਤ ਹਾਨ। ਹੁਣ ਮਹਾਦੇਵ ਜੀ ਪ੍ਰਿਥੀਏ ਦੇ ਘਰ ਵਿੱਚ ਆ ਕੇ ਪ੍ਰਵੇਸ਼ ਹੋ ਗਏ ਨੇ। ਉਹ ਚਾਹੁੰਦੇ ਨੇ ਵੀ ਜੋ ਅੱਗੇ ਪ੍ਰਿਥੀਆ ਬਹੁਤ ਵੱਡਾ ਉਪਦਰਵ ਅਨਰਥ ਕਰਨਾ ਚਾਹੁੰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਤੇ ਮਾੜੀ ਸੋਚ ਲੈ ਕੇ ਹਮਲਾ ਕਰਨ ਦਾ ਯਤਨ ਕਰ ਰਿਹਾ ਹੈ, ਇਹਨੂੰ ਮਿਟਾਇਆ ਜਾਵੇ, ਉਸ ਉਪਦਰਵ ਨੂੰ ਰੋਕਿਆ ਜਾਵੇ। ਇਸੇ ਮਨਸ਼ਾ ਨੂੰ ਲੈ ਕੇ ਮਹਾਦੇਵ ਜੀ ਪ੍ਰਿਥੀਏ ਦੇ ਘਰ ਪਹੁੰਚ ਗਏ। ਭਰਾਤ ਵਿਸਾਲ ਪੇਖਿਓ ਕਰ ਬੰਧਨ, ਭਰਿਓ ਕ੍ਰੋਧ ਸੂਰ ਦਤ ਪੰਤ। ਜਦੋਂ ਮਹਾਦੇਵ ਜੀ ਨੇ ਵੱਡੇ ਭਰਾ ਪ੍ਰਿਥੀਏ ਨੂੰ ਦੇਖਿਆ, ਵੱਡਾ ਜਾਣ ਕੇ ਉਹਦੇ ਅੱਗੇ ਸਿਰ ਝੁਕਾਇਆ, ਨਮਸਕਾਰ ਕੀਤੀ। ਉਹ ਅੱਗੇ ਬੜੇ ਗੁੱਸੇ ਦੇ ਨਾਲ ਭਰਿਆ ਹੋਇਆ ਸੀ ਤੇ ਉਹਦਾ ਹਿਰਦਾ ਵੀ ਤਪ ਰਿਹਾ ਸੀ। ਰਖਤ ਨੇਤਰ ਕੁਛ ਆਂਸੂ ਝਲਕਤ, ਜਿਸ ਕੋ ਮਨ ਸਮ ਬਿਹੰਗ ਉਡੰਤ। ਤੇ ਜਿਸ ਦੇ ਨੇਤਰ ਲਾਲ ਨੇ, ਗੁੱਸੇ ਵਿੱਚ ਅਕਸਰ ਨੇਤਰ ਲਾਲ ਹੋ ਹੀ ਜਾਂਦੇ ਨੇ, ਤੇ ਕੁਝ ਗੁੱਸੇ ਦੇ ਵਿੱਚ ਹੀ ਇਹਦੇ ਅੱਖਾਂ ਦੇ ਵਿੱਚੋਂ ਆਂਸੂ ਵੀ ਝਲਕ ਰਹੇ ਨੇ, ਕੁਛ ਪਾਣੀ ਵੀ ਝਲਕ ਰਿਹਾ ਹੈ, ਤੇ ਜਿਹਦਾ ਮਨ ਪੰਛੀ ਵਾਂਗੂ ਉਡਾਰੀਆਂ ਮਾਰ ਰਿਹਾ ਹੈ।
ਵੀ ਮੈਂ ਹੁਣ ਕੀ ਕਰਾਂ, ਕਿੱਧਰ ਜਾਵਾਂ। ਅਨਕ ਖੋਟ ਸੰਕਲਪ ਉਠਾਵਤ ਚਾਹੇ ਸਭਨ ਕੋ ਪ੍ਰਾਨਨ ਹੰਤ। ਲੋ ਕਵੀ ਜੀ ਕਹਿੰਦੇ ਨੇ ਬਹੁਤ ਤਰ੍ਹਾਂ ਦੇ ਖੋਟੇ ਸੰਕਲਪ, ਮਾੜੇ ਫੁਰ ਨੇ ਆਪਣੇ ਮਨ ਅੰਦਰ ਪੈਦਾ ਕਰ ਰਿਹਾ ਪ੍ਰਿਥੀਆ, ਤੇ ਇਹਦਾ ਇਹੋ ਜਿਹਾ ਮਨ ਉਸ ਵੇਲੇ ਬਣ ਚੁੱਕਿਆ ਹੈ ਵੀ ਜਿਹੜਾ ਵੀ ਸਾਹਮਣੇ ਆ ਜਾਵੇ ਕਹਿੰਦਾ ਮੈਂ ਜਾਨੋਂ ਮਾਰ ਦੇਵਾਂ। ਇਹੋ ਜੀ ਇਹਦੇ ਅੰਦਰ ਹਿੰਸਾ ਬਿਰਤੀ, ਕਿਸੇ ਨੂੰ ਨੁਕਸਾਨ ਪਹੁੰਚਾਉਣਾ, ਇਸ ਤਰ੍ਹਾਂ ਦੀ ਇਹ ਬਣ ਚੁੱਕੀ ਹੈ। ਕਹਿ ਦਾਸਨ ਤਿਆਰੀ ਕਰਵਾਵਤ ਬਿਪਤਾ ਭਰੀ ਉਜਰ ਗਮਨੰਤ। ਲੋ ਹੁਣ ਦਾਸਾਂ ਨੂੰ ਕਹਿ ਕਹਿ ਕੇ ਪ੍ਰਿਥੀਆ ਤਿਆਰੀ ਕਰਵਾ ਰਿਹਾ, ਤੇ ਹੁਣ ਇਹਦੇ ਉੱਤੇ ਐਸੀ ਬਿਪਤਾ ਪਈ ਹੈ, ਇਹ ਹੁਣ ਉੱਜੜ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੈ। ਮਹਾਦੇਵ ਮਨ ਮਹਾ ਕ੍ਰੋਧ ਪਿਖ ਹਾਥ ਜੋਰ ਕਹਿ ਬਿਨੈ ਸਮਾਨ। ਹੁਣ ਮਹਾਦੇਵ ਜੀ ਗੁਰਮੁਖ ਬੰਦੇ ਸਨ, ਤੇ ਉਹਨਾਂ ਨੇ ਵੇਖਿਆ ਵੀ ਪ੍ਰਿਥੀਏ ਦੇ ਮਨ ਦੇ ਵਿੱਚ ਬਹੁਤਾ ਗੁੱਸਾ ਹੈ, ਬਹੁਤਾ ਖਿਜਿਆ ਹੋਇਆ ਹੈ, ਤੇ ਉਹਨਾਂ ਨੇ ਹੱਥ ਜੋੜ ਕੇ, ਮਹਾਦੇਵ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਕਿਤ ਕਹ ਤਿਆਰੀ ਆਪ ਕਰਾਵਤ ਸਣ ਪਰਵਾਰ ਜਾਹੋ ਕੇ ਸਥਾਨ। ਪ੍ਰਿਥੀਆਂ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਭਰਾਤਾ ਜੀ ਕਿੱਧਰ ਨੂੰ ਤਿਆਰੀਆਂ ਕੀਤੀਆਂ ਨੇ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਹੁਣ ਦੱਸੋ ਕਿਹੜੇ ਪਾਸੇ ਜਾ ਰਹੇ ਹੋ। ਘਰ ਕੀ ਵਹਤ ਸਮਹਤ ਬੰਧਾਵਹੁ ਮਨ ਹੋ ਪੁਰੀ ਕਬ ਪਿਖੋ ਨਿਆਨ। ਤੁਸੀਂ ਤੇ ਘਰ ਦੀ ਹਰ ਵਸਤੂ, ਹਰ ਚੀਜ਼ ਤੁਸੀਂ ਉਹਨੂੰ ਸੰਭਾਲ ਰਹੇ ਹੋ, ਭਾਰ ਬਣਵਾ ਰਹੇ ਹੋ। ਇਉਂ ਜਾਪਦਾ ਜਿਵੇਂ ਮੁੜ ਕੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਹੀ ਨਾ ਹੋਵੇ, ਵੀ ਜਿਵੇਂ ਪੱਕੇ ਤੌਰ ਤੇ ਤੁਸੀਂ ਆਪਣੇ ਘਰ ਨੂੰ ਛੱਡ ਕੇ ਜਾ ਰਹੇ ਹੋ। ਕਾਰਨ ਕੌਣ ਭਉਨ ਕੋ ਤਿਆਗਿਓ ਭਉ ਨਾ ਕਿਸੀ ਕੋ ਇਹ ਠਾਮਾਨ। ਮਹਾਦੇਵ ਜੀ ਕਹਿੰਦੇ ਨੇ ਕਿਸ ਵਾਸਤੇ ਤੁਸੀਂ ਆਪਣਾ ਵਸਦਾ ਰਸਦਾ ਘਰ ਛੱਡ ਕੇ ਜਾ ਰਹੇ ਹੋ। ਇੱਥੇ ਆਪਣੇ ਘਰ ਵਿੱਚ ਰਹਿੰਦੇ ਸੀ, ਸਾਡੇ ਪਿਤਾ ਦਾ ਵਸਾਇਆ ਹੋਇਆ ਨਗਰ ਹੈ, ਇੱਥੇ ਕਿਸੇ ਤਰ੍ਹਾਂ ਦਾ ਵੀ, ਕਿਸੇ ਵੀ ਦੁਸ਼ਮਣ ਦਾ ਡਰ ਭੈ ਨਹੀਂ ਹੈ। ਕਹੈ ਪ੍ਰਿਥਿਆ ਦਿੱਲੀ ਪੁਰ ਗਮਨੋ ਜਹਾਂਗੀਰ ਕੇ ਪਹੁੰਚੋ ਪਾਸ। ਅੱਗੋਂ ਪ੍ਰਿਥਿਆ ਬੋਲਿਆ, ਮਹਾਦੇਵ ਜੀ ਨੂੰ ਕਹਿਣ ਲੱਗਾ ਮੈਂ ਹੁਣ ਦਿੱਲੀ ਸ਼ਹਿਰ ਵਿੱਚ ਜਾਵਾਂਗਾ। ਦਿੱਲੀ ਸ਼ਹਿਰ ਦੇ ਵਿੱਚ ਜਿਹੜਾ ਮੌਕੇ ਦਾ ਬਾਦਸ਼ਾਹ ਜਹਾਂਗੀਰ ਹੈ, ਮੈਂ ਉਹਦੇ ਕੋਲ ਪਹੁੰਚਾਂਗਾ। ਕਾਰ ਪੁਕਾਰ ਮੈਂ ਅਖਿਲ ਸਨਾਮ ਪਠੋਂ ਤੁਰਕ ਗਨ ਇਨਹੁ ਆਵਾਸ। ਮੈਂ ਉੱਥੇ ਜਾ ਕੇ ਫਰਿਆਦ ਕਰਾਂਗਾ ਤੇ ਸਾਰੀ ਵਾਰਤਾ ਸੁਣਾਵਾਂਗਾ, ਤੇ ਫਿਰ ਬਾਦਸ਼ਾਹ ਨੂੰ ਕਹਿ ਕੇ ਉਤੋਂ ਤੁਰਕ ਸਿਪਾਹੀਆਂ ਨੂੰ ਭੇਜਾਂਗਾ, ਤੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਆਉਣਗੇ। ਸੁਤ ਬਨਤਾ ਜੋਤੇ ਅਰਜਨ ਕੋ ਤਬ ਪਕੜ ਲਹਿੰਗੇ ਦੇ ਦੁਖ ਰਾਸ। ਜਦੋਂ ਮੈਂ ਇਹਨਾਂ ਦੇ ਬਾਰੇ ਉੱਥੇ ਜਾ ਕੇ ਸ਼ਿਕਾਇਤ ਕੀਤੀ ਨਾ, ਤੇ ਸਰਕਾਰ ਦੇ ਸਿਪਾਹੀ ਆਉਣਗੇ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸਣੇ ਪਰਿਵਾਰ ਦੇ ਸਾਹਿਬਜ਼ਾਦੇ ਮਾਤਾ ਗੰਗਾ ਜੀ ਸਮੇਤ ਪਕੜ ਕੇ ਲੈ ਜਾਣਗੇ, ਤੇ ਬੜਾ ਇਹਨਾਂ ਨੂੰ ਦੁੱਖ ਦੇਣਗੇ। ਕਹਾਂ ਮਗਾਮੋ ਕੈਦ ਕਰਾਮੋ ਮਨ ਮਾਮੋ ਤਬ ਜੋ ਮਮ ਆਸ। ਮੈਂ ਹੁਣ ਉੱਥੇ ਦਿੱਲੀ ਜਾ ਰਿਹਾ, ਉੱਥੇ ਇਹਨਾਂ ਨੂੰ ਸੱਦਾਂਗਾ, ਤੇ ਫਿਰ ਉੱਥੇ ਜਾ ਕੇ ਆਪਣੀ ਜੋ ਮੈਂ ਚਾਹਾਂਗਾ ਉਹ ਇਹਨਾਂ ਨੂੰ ਗੱਲ ਵੀ ਮਨਵਾਵਾਂਗਾ। ਕਿਉਂ? ਉੱਥੇ ਮੇਰਾ ਜ਼ੋਰ ਚੱਲਣਾ, ਤੇ ਬਾਦਸ਼ਾਹ ਤੇ ਸਰਕਾਰ ਮੇਰੀ ਸਪੋਰਟ ਕਰੇਗੀ। ਮੈਂ ਹੁਣ ਸਰਕਾਰ ਰਾਹੀਂ ਤੇ ਮੈਂ ਇਹਨਾਂ ਨੂੰ ਸਜ਼ਾ ਦਵਾਵਾਂਗਾ। ਸੁਣ ਤਬ ਮਹਾਦੇਵ ਕਰ ਜੋਰੇ ਹਮ ਦੋਨੋਂ ਤੁਮ ਅਨਜੋਨ ਗੰਤ। ਸੁਣ ਕੇ ਮਹਾਦੇਵ ਜੀ ਗੁਰਮੁਖ ਸਨ, ਉਹਨਾਂ ਨੇ ਹੱਥ ਜੋੜੇ ਕਹਿਣ ਲੱਗੇ ਭਰਾਤਾ ਜੀ ਦੇਖੋ, ਮੈਂ ਵੀ ਤੇ ਗੁਰੂ ਅਰਜਨ ਦੇਵ ਮਹਾਰਾਜ ਅਸੀਂ ਤੁਹਾਡੇ ਛੋਟੇ ਭਰਾ ਲੱਗਦੇ ਹਾਂ। ਬੈਸ ਬਿਖੇ ਲਾਗੂ ਸੋ ਮਾਤੋਂ ਬਿਖੇ ਲਾਗੂ ਸੋ ਤਸਮਾਨ ਹਮ ਲਖੋ ਸੋ ਚਿੰਤ। ਦੇਖੋ ਅਸੀਂ ਉਮਰ ਵਿੱਚ ਵੀ ਛੋਟੇ ਹਾਂ, ਤੇ ਅਕਲ ਦੇ ਵਿੱਚ ਵੀ ਅਸੀਂ ਛੋਟੇ ਹਾਂ। ਤੁਸੀਂ ਵੱਡੇ ਹੋ, ਤੇ ਅਸੀਂ ਤੁਹਾਡੇ ਪੁੱਤਰਾਂ ਸਮਾਨ ਹਾਂ। ਤੁਹਾਨੂੰ ਵੱਡੇ ਭਰਾ ਹੋ, ਤੁਹਾਨੂੰ ਸਾਡੀ ਹਮੇਸ਼ਾ ਲਈ ਪਰਵਰਿਸ਼ ਕਰਨੀ ਚਾਹੀਦੀ ਹੈ, ਹਿਫਾਜ਼ਤ ਕਰਨੀ ਚਾਹੀਦੀ ਹੈ। ਤੁਮ ਹੋ ਬੜੇ ਸਿਆਣੀ ਬੈ ਮਹਿ ਬੁੱਧ ਵਿਸਾਲ ਸਭ ਰੀਤ ਮਹੰਤ। ਤੁਸੀਂ ਉਮਰ ਵਿੱਚ ਵੱਡੇ ਹੋ ਤੇ ਉਂਝ ਵੀ ਸਿਆਣੇ ਹੋ, ਤੇ ਬਹੁਤ ਵੱਡੀ ਬੁੱਧੀ ਅਕਲ ਨੂੰ ਵੀ ਰੱਖਦੇ ਹੋ, ਇਸ ਲਈ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ।
ਰਛਾ ਹਮਰੀ ਜਿਮ ਕਿਮ ਕਰੀਐ ਆਹੇ ਜੋਗਤਾ ਇਮ ਲਖਿਅੰਤ। ਪਿਤਾ ਜੀ ਚਲਾਣਾ ਕਰ ਗਏ ਨੇ, ਤੁਸੀਂ ਵੱਡੇ ਭਰਾ ਪਿਤਾ ਸਮਾਨ ਹੋ, ਤੁਸੀਂ ਛੋਟੇ ਭਰਾਵਾਂ ਦੀ ਰੱਖਿਆ ਕਰੋ, ਹਿਫਾਜ਼ਤ ਕਰੋ, ਤੇ ਇਹ ਕੰਮ ਜਿਹੜਾ ਤੁਹਾਡੇ ਲਈ ਕਰਨਾ ਯੋਗ ਨਹੀਂ ਦਿਸ ਰਿਹਾ। ਪਿਤਾ ਸਮ ਤੁਮ ਪ੍ਰਤਪਾਲਕ ਹੋਵੋ ਲਾਇਕ ਇਸੀ ਬਾਤ ਕੇ ਜਾਨ। ਲੋ ਅਸੀਂ ਇਸੇ ਗੱਲ ਦੇ ਲਾਇਕ ਯੋਗ ਹਾਂ, ਤੁਸੀਂ ਵੱਡੇ ਭਰਾ ਪਿਤਾ ਸਮਾਨ ਹੋ ਤੇ ਸਾਡੀ ਪਾਲਣਾ ਕਰੋ, ਸਾਡੀ ਹਿਫਾਜ਼ਤ ਕਰੋ। ਉਚਿਤ ਨਹੀਂ ਉਤਪਾਤ ਕਰਨ ਕੇ ਬਨਹੁ ਪੁਕਾਰੂ ਪਿਖਹਿ ਜਹਾਨ। ਇਹ ਉਪਦਰਵ ਕਰਨ ਲਈ ਜੋ ਤੁਸੀਂ ਕਮਰ ਕੱਸੇ ਕੀਤੇ ਨੇ, ਤਿਆਰੀਆਂ ਆਰੰਭੀਆਂ ਨੇ ਉਪਦਰਵ ਕਰਨ ਦੇ ਲਈ, ਅਨਰਥ ਕਰਨ ਦੇ ਲਈ, ਇਹ ਚੰਗੀ ਗੱਲ ਨਹੀਂ ਹੈ। ਤੇ ਸਾਰਾ ਸੰਸਾਰ ਤੁਹਾਡਾ ਤਮਾਸ਼ਾ ਵੇਖੇਗਾ। ਤੁਸੀਂ ਉਹਨਾਂ ਤੁਰਕਾਂ ਦੀ ਅੱਗੇ ਜਾ ਕੇ ਕੁਸ਼ਾਮਤਾਂ ਕਰੋਗੇ, ਮਿੰਨਤਾਂ ਤਰਲੇ ਕਰੋਗੇ। ਧਰੋ ਨ ਹਿਰਦੈ ਈਰਖਾ ਤਪ ਕਰ ਹਵੈ ਕਰ ਪਿਤਾ ਪ੍ਰਸੰਨ ਮਹਾਨ। ਲੋ ਤੁਸੀਂ ਐਵੇਂ ਆਪਣੇ ਮਨ ਦੇ ਵਿੱਚ ਈਰਖਾ ਧਾਰਨ ਕਰਕੇ ਸੜਦੇ ਹੋ। ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਮਹਾਨ ਸਤਿਗੁਰੂ ਹੋਏ ਹਨ। ਗੁਰਤਾ ਦਈ ਜਗਤ ਗੁਰ ਕੀਨਸ ਲਖਿਓ ਜੋਗ ਬਿਠਾਏ ਸਥਾਨ। ਪਿਤਾ ਸਤਿਗੁਰੂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਹਨਾਂ ਨੂੰ ਜਗਤ ਗੁਰੂ ਬਣਾ ਦਿੱਤਾ। ਉਹ ਯੋਗ ਜਾਣ ਕੇ ਤੇ ਉਹਨਾਂ ਨੂੰ ਗੁਰਤਾ ਗੱਦੀ ਦੇ ਤਖਤ ਦੇ ਸਥਾਨ ਤੇ ਬੈਠਾ ਦਿੱਤਾ ਹੈ। ਹਮ ਤੁਮ ਕੋ ਚਾਹੀਤ ਆਵੇਸ ਬਿਦ ਅਖਲ ਮਸੰਦ ਸੰਗਤਾਂ ਸੰਗ। ਸਾਨੂੰ ਤਾਂ ਹੁਣ ਇਹ ਚਾਹੀਦਾ ਵੀ ਜਿਵੇਂ ਅਸੀਂ ਗੁਰੂ ਮਹਾਰਾਜ ਦੇ ਅਨੁਸਾਰ ਹੋ ਕੇ ਚੱਲੀਏ। ਜਿੰਨੀਆਂ ਵੀ ਸੰਗਤਾਂ ਨੇ ਤੇ ਜਿੰਨੇ ਸੰਗਤਾਂ ਦੇ ਮੁਖੀ ਮਸੰਦ ਜਥੇਦਾਰ ਹਨ, ਤੇ ਉਹਨਾਂ ਸਾਰਿਆਂ ਨੂੰ ਪ੍ਰੇਰ ਕੇ ਗੁਰੂ ਮਹਾਰਾਜ ਦੇ ਚਰਨੀ ਜਾ ਕੇ ਪੈਣਾ ਚਾਹੀਦਾ। ਸਭ ਕੋ ਲੈ ਤਿਨ ਪਗ ਸਿਰ ਧਾਰੋ ਪਿਤਾ ਆਇਸ ਕਹੁ ਮਾਨ ਅਪੰਗ। ਲੋ ਪਿਤਾ ਸਤਿਗੁਰੂ ਦੀ ਆਗਿਆ ਨੂੰ ਇੱਕ ਰਸ ਸਾਨੂੰ ਮੰਨਣਾ ਚਾਹੀਦਾ ਹੈ, ਤੇ ਆਪਣੀ ਸੇਵਾਦਾਰਾਂ ਨੂੰ, ਆਪਣੇ ਜਿਹੜੇ ਮਸੰਦ ਨੇ, ਮੁਖੀ ਜਿਹੜੇ ਸਾਡੇ ਕੋਈ ਜਥੇਦਾਰ ਨੇ, ਸਾਰਿਆਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਜਾ ਕੇ ਚਰਨੀ ਪੈਣਾ ਚਾਹੀਦਾ। ਇੱਕ ਤੋ ਪਿਤਾ ਦੂਸਰੇ ਗੁਰ ਹੈ ਤਿਨ ਕੇ ਬਾਕ ਬਿਲੰਦ ਉਤੰਗ। ਕਿਉਂਕਿ ਇੱਕ ਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਾਡੇ ਪਿਤਾ ਨੇ, ਤੇ ਦੂਜੇ ਉਹ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਮਾਲਕ ਨੇ। ਉਹਨਾਂ ਦੇ ਜਿਹੜੇ ਬਚਨ ਬਹੁਤ ਉੱਚ ਪਾਇੰਦੇ ਨੇ, ਜੋ ਉਹਨਾਂ ਨੇ ਬਚਨ ਕੀਤੇ ਨੇ, ਭਾਵ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਗਏ ਨੇ, ਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਹੋਏ ਸਪੂਤ ਕੈਸੇ ਨ ਮਨ ਹੈ ਸਮਝ ਵਿਚਾਰ ਹੋ ਹਿਰਦੈ ਨ ਸੰਗ। ਜੇ ਅਸੀਂ ਲਾਇਕ ਪੁੱਤਰ ਹੋਵੀਏ ਤੇ ਕਿਉਂ ਨਹੀਂ ਪਿਤਾ ਦੀ ਗੱਲ ਮੰਨਾਂਗੇ। ਤੁਸੀਂ ਵੀ ਸਿਆਣੇ ਬਣੋ, ਸਮਝ ਕੇ ਤੇ ਬਿਨਾਂ ਸੰਗ ਸੰਕੋਚ ਤੋਂ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕਰੋ। ਉਠਿਆ ਹੋ ਚਲੋ ਸਾਥ ਮੈਂ ਤੁਮਰੇ ਤਿਨ ਕੇ ਪਗ ਪਰ ਨਮਹਿ ਕਰੇ ਹੋ। ਮਹਾਦੇਵ ਜੀ ਕਹਿੰਦੇ ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ। ਚਲੋ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਜਾਂਦੇ ਆ, ਮੈਂ ਵੀ ਮੱਥਾ ਟੇਕਾਂਗਾ, ਤੁਸੀਂ ਵੀ ਨਮਸਕਾਰ ਕਰੋ, ਤੇ ਸਾਡਾ ਘਰੇ ਪਰਿਵਾਰ ਦੇ ਵਿੱਚ ਹੀ ਰਾਜੀਨਾਮਾ ਹੋ ਜਾਣਾ ਚਾਹੀਦਾ। ਨਾਹੀਂ ਤਾਂ ਜਗ ਸਭ ਹਾਸੀ ਕਰ ਹੈ ਆਪ ਜਸ ਸਿੱਖ ਸੰਗਤ ਤੇ ਲਿਹੋ। ਨਹੀਂ ਤਾਂ ਵੇਖ ਲੋ ਸਾਰੀ ਦੁਨੀਆ ਸਾਡਾ ਮਜ਼ਾਕ ਉਡਾਵੇਗੀ, ਲੋਕ ਹੱਸਣਗੇ ਸਾਨੂੰ ਵੇਖ ਕੇ, ਤੇ ਸਿੱਖ ਸੰਗਤਾਂ ਦੇ ਵਿੱਚ ਵੀ ਬੜਾ ਸਾਡਾ ਅਪਜਸ ਭਾਵ ਖੋਟਾ ਜਸ ਨਿੰਦਿਆ ਹੋਵੇਗੀ। ਜਿਸ ਹਿਤ ਆਘ ਠਾਨ ਹੈ ਨਹਿ ਤਰਾਸਤ ਸੋਧਨ ਕਿਸ ਕੇ ਸੰਗ ਨ ਕੇਹੋ। ਤੇ ਨਾਲ ਹੀ ਮਹਾਦੇਵ ਜੀ ਕਹਿੰਦੇ ਹੋ ਪ੍ਰਿਥਵੀ ਨੂੰ, ਭਰਾਤਾ ਜੀ ਜਿਸ ਧਨ ਦੇ ਵਾਸਤੇ ਤੁਸੀਂ ਏਡੇ ਵੱਡੇ ਉਪਦਰਵ ਕਰਨ ਜਾ ਰਹੇ ਹੋ, ਆਉਂਦੇ ਸਮੇਂ ਧਨ ਨੇ ਵੀ ਕਿਸੇ ਦੇ ਨਾਲ ਤੇ ਜਾਣਾ ਨਹੀਂ। ਇਹ ਤੇ ਸਭ ਕੁਝ ਇੱਥੇ ਪਿਆ ਧਰਿਆ ਰਹਿ ਜਾਣਾ ਹੈ। ਸੁਤ ਬਨਤਾ ਹਿਤ ਕਰ ਉਤਪਾਤਨ ਅੰਤ ਸਮੈ ਨਹਿ ਸਾਥੀ ਇਹੋ। ਵੇਖੋ ਤੁਸੀਂ ਆਪਣੇ ਪੁੱਤਰ ਮਿਹਰਬਾਨ ਵਾਸਤੇ ਤੇ ਆਪਣੀ ਪਤਨੀ ਕਰਮ ਨੂੰ ਖੁਸ਼ ਕਰਨ ਵਾਸਤੇ ਤੁਸੀਂ ਬੜੇ ਵੱਡੇ ਅਨਰਥ ਕਰਨ ਜਾ ਰਹੇ ਹੋ, ਵੱਡੇ ਜ਼ੁਲਮ ਪਾਪ ਕਰਨ ਜਾ ਰਹੇ ਹੋ, ਪਰ ਇਹਨਾਂ ਨੇ ਵੀ ਆਉਂਦੇ ਸਮੇਂ ਤੁਹਾਡੇ ਸਾਥੀ ਤੇ ਬਣਨਾ ਨਹੀਂ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਬਚਨ ਹੈ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ।
ਸਾਹ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨੀ ਤੂੰ ਜਣੇ ਹੋਏ ਤੈ ਪਾਸੋਂ ਓਏ ਲੱਦ ਗਏ, ਤੂੰ ਅਜਾਣਾ ਪਤੀਣ ਹੋਏ। ਤੇਰੇ ਪਿਤਾ ਪਤਾਮਾ ਵੱਲ ਦੇਖ, ਉਹ ਕਿੱਥੇ ਗਏ ਨੇ। ਜਿਤ ਆਸਨ ਹਮ ਬੈਠੇ ਕੀਤੇ ਬੈਸ ਗਿਆ। ਇਸ ਕਰਕੇ ਕਿਸੇ ਗੱਲ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਇਨ ਸਨੇਹ ਕੋ ਮਿਥਿਆ ਜਾਨੋ, ਮੇਰੂ ਕਹਿਓ ਬਚਨ ਲਿਓ ਮਾਨ। ਤੂੰ ਮੇਰਾ ਕਿਹਾ ਬਚਨ ਮੰਨ ਲੈ, ਤੇ ਤੂੰ ਜਿਹੜਾ ਆਪਣੇ ਪਰਿਵਾਰ ਦੇ ਪਿੱਛੇ ਲਾ ਕੇ ਜੋ ਕੁਛ ਤੂੰ ਕਰ ਰਿਹਾ ਹੈ ਸਭ ਕੁਝ ਝੂਠ ਹੈ, ਔਰ ਇਹਨੇ ਤੇਰਾ ਸਾਥ ਨਹੀਂ ਦੇਣਾ। ਮਿਲਹੁ ਪ੍ਰੇਮ ਕਰ ਤਜਹੁ ਵਿਰੋਧਾ, ਆਗੇ ਥਿਤ ਹੋਏ ਜੋ ਰੋਹ ਪਾਨ। ਮੈਂ ਤੈਨੂੰ ਇਹ ਸਲਾਹ ਦੇਵਾਂਗਾ, ਤੂੰ ਪ੍ਰੇਮ ਨਾਲ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲ ਤੇ ਵੈਰ ਭਾਵ ਵਿਰੋਧ ਭਾਵ ਛੱਡ ਦੇ, ਤੇ ਦੋਨੋਂ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਬੇਨਤੀ ਕਰ ਦੇ, ਮਹਾਰਾਜ ਜੋ ਕੁਝ ਪਿੱਛੇ ਹੋਇਆ ਹੈ ਤੇ ਉਹਨੂੰ ਮਾਫ ਕਰੋ, ਅੱਗੇ ਲਈ ਮੈਂ ਤੁਹਾਡੀ ਆਗਿਆ ਮੰਨਾਂਗਾ। ਇੰਨਾ ਹੀ ਕਹਿਣ ਦੀ ਲੋੜ ਹੈ ਕਿ ਸਾਰਾ ਇਹ ਝਗੜਾ ਮਿਟ ਸਕਦਾ ਹੈ। ਕਰੇ ਕਪਟ ਅਗ ਸੋ ਬਖਸ਼ਾਬ, ਜਿਹ ਤੇ ਹੋਏ ਨਾ ਤਰਾਸ ਨਿਦਾਨ। ਜਿਹੜੇ ਤੂੰ ਪਹਿਲਾਂ ਕੋਈ ਕਾਪਟ ਛਾਲ ਧੋਖੇ ਪਾਪ ਕੀਤੇ ਨੇ ਉਹ ਤੂੰ ਮਾਫ ਕਰਵਾ ਲੈ, ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਜਾ ਕੇ ਮਾਫੀ ਮੰਗ ਲੈ, ਤੇ ਜਿਸ ਕਰਕੇ ਅੰਤ ਨੂੰ ਤੈਨੂੰ ਕੋਈ ਹੋਰ ਜਮਾ ਦਾ ਡਰ ਵੀ ਨਹੀਂ ਹੋਵੇਗਾ। ਤਨ ਮਹਿ ਪਰਮ ਜੋਤ ਪ੍ਰਕਾਸ਼ਤ, ਗੁਰ ਨਾਨਕ ਤੇ ਆਦ ਜੋ ਜਾਨ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਅੰਦਰ ਜਿਹੜੀ ਗੁਰੂ ਦੀ ਜੋਤ ਹੈ, ਗਿਆਨ ਦਾ ਚਾਨਣ ਹੈ, ਉਹਨਾਂ ਦੇ ਅੰਦਰ ਪ੍ਰਕਾਸ਼ਮਾਨ ਹੋ ਰਿਹਾ। ਜਿਹੜੀ ਗੁਰੂ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਗਿਆਨ ਦਾ ਚਾਨਣ ਕਰਦੀ ਸੀ, ਤੇ ਨਾਲ ਹੀ ਦੂਜੇ ਤੀਜੇ ਚੌਥੇ ਸਤਿਗੁਰੂ ਵਿੱਚ ਗੁਰੂ ਜੋਤ ਵਿਦਮਾਨ ਸੀ, ਉਹੀ ਗੁਰੂ ਜੋਤ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਜਗ ਰਹੀ ਹੈ। ਸੁਣ ਪ੍ਰਥਿਆ ਬੋਲਿਓ ਬਿਰਮਾਵਤ, ਮਹਾਦੇਵ ਮੇਰੇ ਬਚਨ ਮਾਨ। ਲੋ ਮਹਾਦੇਵ ਜੀ ਨੇ ਤਾਂ ਇਹ ਆਖਿਆ ਨਾ ਵੀ ਚੱਲ ਗੁਰੂ ਮਹਾਰਾਜ ਦੇ ਕੋਲ ਮੈਂ ਤੈਨੂੰ ਬਖਸ਼ਾ ਦੇਣਾ, ਤੁਹਾਡੀ ਸੁਲ੍ਹਾ ਕਰਵਾ ਦੇਣਾ। ਅੱਗੋਂ ਪ੍ਰਥਿਆ ਕੀ ਕਹਿੰਦਾ, ਪ੍ਰਥਿਆ ਅੱਗੋਂ ਸੁਣ ਕੇ ਕਹਿਣ ਲੱਗਾ, ਮਹਾਦੇਵ ਤੂੰ ਮੇਰੀ ਗੱਲ ਮੰਨ, ਜਿਹੜੀ ਮੈਂ ਤੈਨੂੰ ਸਲਾਹ ਦਿੰਦਾ ਨਾ ਉਹ ਤੇਰੇ ਫਾਇਦੇ ਦੀ ਹੈ, ਤੇ ਤੂੰ ਮੇਰੀ ਗੱਲ ਮੰਨ, ਤੇ ਜਿਵੇਂ ਮੈਂ ਕਹਿਣਾ ਉਵੇਂ ਤੈਨੂੰ ਕਰਨਾ ਚਾਹੀਦਾ। ਚਲੋ ਸੰਗ ਮਮ ਦਿੱਲੀ ਪੁਰ ਮੈਂ ਹੈ, ਤੁਝ ਕੋ ਗੁਰੂ ਬਣਾਏ ਮਹਾਨ। ਦੇਖ ਲਓ ਪ੍ਰਿਥਵੀ ਦੀ ਸੋਚ ਕੀ ਹੈ। ਹੁਣ ਉਹ ਪਾੜਨ ਦੀ ਜੋਤ ਕਰਦਾ, ਜਿਵੇਂ ਰਾਜਨੀਤਿਕ ਬੰਦੇ ਵੀ ਉਹ ਆਪਦਾ ਧੜਾ ਮਜ਼ਬੂਤ ਕਰਨ ਦੇ ਲਈ ਇਹੋ ਜਿਹੀਆਂ ਸਾਜ਼ਿਸ਼ਾਂ ਘੜਦੇ ਨੇ। ਪ੍ਰਿਥਵੀ ਕਹਿੰਦਾ, ਮਹਾਦੇਵ ਤੂੰ ਮੇਰੇ ਨਾਲ ਚੱਲ ਦਿੱਲੀ ਵਿੱਚ, ਆਪਾਂ ਦੋਵੇਂ ਦਿੱਲੀ ਜਾਵਾਂਗੇ, ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਤੇ ਮੈਂ ਦਿੱਲੀ ਜਾ ਕੇ ਤੈਨੂੰ ਗੁਰੂ ਬਣਾ ਕੇ ਲਿਆਉਂਗਾ, ਤੈਨੂੰ ਵੱਡਾ ਗੁਰੂ ਬਣਾਵਾਂਗੇ, ਤੇ ਤੂੰ ਮੇਰੇ ਨਾਲ ਰਲ, ਜਿਵੇਂ ਮੈਂ ਕਹਿੰਦਾ ਉਵੇਂ ਕਰ। ਸਭ ਕੋਈ ਪੂਜਾ ਹੈ ਤੁਵ ਚਰਨ, ਅਨ ਗਨ ਧਨ ਅਰਪ ਹੈ ਗਾਨਿਆਨ। ਲੋ ਜਿਹੜਾ ਵੀ ਜਿੰਨੇ ਲੋਕ ਨੇ ਗੁਰਸਿੱਖ ਉਹ ਤੇਰੇ ਚਰਨਾਂ ਨੂੰ ਪੂਜਣਗੇ, ਤੇ ਬੇਸ਼ੁਮਾਰ ਧਨ ਉਹ ਤੇਰੇ ਪਾਸ ਆਉਣ ਲੱਗ ਜਾਵੇਗਾ। ਹਮ ਦੋਨੋਂ ਭਰਾਤਾ ਸੁਖ ਪਾਮ ਹੈ, ਵਹਿ ਏਕਾਕੀ ਹੋ ਵਹਿ ਹਾਨ। ਹੁਣ ਆਪਾਂ ਤਿੰਨ ਭਰਾ ਨਾ, ਦੋ ਆਪਾਂ ਇਕੱਠੇ ਰਲ ਗਏ ਤੇ ਆਪਣੀ ਚੜ੍ਹਦੀ ਕਲਾ ਹੋਵੇਗੀ, ਤੇ ਆਪਾਂ ਸੁੱਖ ਭੋਗਾਂਗੇ, ਤੇ ਆਪਾਂ ਉਹਨਾਂ ਤੋਂ ਗੁਰਤਾ ਗੱਦੀ ਖੋਹ ਲੈਣੀ ਹੈ, ਤੈਨੂੰ ਗੁਰੂ ਬਣਾ ਦੇਵਾਂਗੇ, ਤੇ ਆਪਾਂ ਦੋਵੇਂ ਮੌਜਾਂ ਲਵਾਂਗੇ, ਤੇ ਉਹਨਾਂ ਦਾ ਨੁਕਸਾਨ ਹੋਵੇਗਾ। ਦੋਹਰਾ ਮਹਾਦੇਵ ਭਾਖਿਓ ਬਹੁਰ, ਮੁਝ ਕਿਮ ਗੁਰਤਾ ਹੋਏ। ਅੱਗੋਂ ਮਹਾਦੇਵ ਜੀ ਕਹਿਣ ਲੱਗੇ ਪ੍ਰਿਥਵੀ ਨੂੰ, ਵੱਡੇ ਭਰਾ ਨੂੰ, ਕਹਿੰਦੇ ਤੂੰ ਕਹਿੰਦਾ ਤੈਨੂੰ ਗੁਰੂ ਬਣਾ ਦੂੰਗਾ ਮੈਂ, ਤੂੰ ਮੈਨੂੰ ਕਿਵੇਂ ਗੁਰੂ ਬਣਾ ਸਕਦਾ ਹੈ। ਪਿਤਾ ਪ੍ਰਸੰਨ ਨਾ ਮੈਂ ਬੜੋ, ਲੈ ਬੈਠਿਓ ਹੈ ਸੋਏ। ਦੇਖੋ ਨਾ ਤੇ ਪਿਤਾ ਜੀ ਦੀ ਅਸੀਂ ਪ੍ਰਸੰਨਤਾ ਲੈ ਸਕੇ ਹਾਂ, ਤੇ ਮੈਂ ਉਮਰ ਦੇ ਵਿੱਚ ਵੀ ਮੈਂ ਵੱਡਾ ਨਹੀਂ ਹਾਂ, ਵੱਡਾ ਤੂੰ ਹੈ, ਛੋਟੇ ਗੁਰੂ ਅਰਜਨ ਦੇਵ ਮਹਾਰਾਜ ਨੇ, ਮੈਂ ਵਿਚਕਾਰ ਹਾਂ। ਤੇ ਜਿਹੜੀ ਹੁਣ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਲੈ ਕੇ ਬੈਠੇ ਨੇ, ਉਹ ਗੁਰਤਾ ਗੱਦੀ ਮੈਨੂੰ ਕਿਵੇਂ ਮਿਲ ਸਕਦੀ ਹੈ, ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ। ਪ੍ਰਿਥਿਆ ਪਨਹਿ ਸੁਨ ਹੋਏ ਤਬਾਕਨ, ਚੱਲ ਮੇਰੇ ਹਵੈ ਕਰ ਅਨੁਸਾਰ। ਪ੍ਰਿਥਿਆ ਹੁਣ ਪਾੜਨ ਦੀ ਕੋਸ਼ਿਸ਼ ਕਰਦਾ, ਕਹਿੰਦਾ ਦੇਖ ਤੂੰ ਮੇਰੇ ਬਚਨਾਂ ਨੂੰ ਪ੍ਰੇਮ ਦੇ ਨਾਲ ਸੁਣ, ਮੈਂ ਤੈਨੂੰ ਕਿਹਾ ਨਾ ਚੱਲ ਮੇਰੇ ਨਾਲ, ਤੂੰ ਮੇਰੇ ਨਾਲ ਦਿੱਲੀ ਚੱਲ, ਤੇ ਜਿਵੇਂ ਮੈਂ ਕਹਿਣਾ
ਤੇ ਮੇਰੇ ਅਨਸਾਰੀ ਹੋ ਕੇ ਚੱਲ, ਜਿਵੇਂ ਮੈਂ ਕਵਾਂਗਾ ਤੇ ਉਹਨੇ ਸਤ ਕਰਕੇ ਮੰਨੀ ਜਾ। ਜਹਾਂਗੀਰ ਸੋ ਮਿਲ ਕੇ ਭਾਖੋਂ ਕੀਜੈ ਨੀਕੋ ਨਿਆਉ ਹਮਾਰ। ਮੈਂ ਤੈਨੂੰ ਦੱਸਦਾ ਮੈਂ ਕਿਵੇਂ ਤੈਨੂੰ ਗੁਰੂ ਬਣਾਵਾਂਗਾ। ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਮੈਂ ਮਿਲਾਂਗਾ ਤੇ ਉਹਦੇ ਅੱਗੇ ਮੈਂ ਸਿਫਾਰਿਸ਼ ਕਰਾਂਗਾ। ਕੀ ਕਵਾਂਗਾ ਵੀ ਬਾਦਸ਼ਾਹ ਤੁਸੀਂ ਨਿਆਂ ਕਰੋ, ਤੁਸੀਂ ਮੌਕੇ ਦੇ ਬਾਦਸ਼ਾਹ ਹੋ, ਤੁਹਾਡੇ ਹੱਥ ਵਿੱਚ ਤਾਕਤ ਹੈ ਤੇ ਸਾਡਾ ਗੁਰੂ ਘਰ ਦਾ ਭਰਾਵਾਂ ਦਾ ਪੈ ਗਿਆ ਰੌਲਾ ਤੇ ਤੁਸੀਂ ਇਹਨੂੰ ਨਿਬੇੜਨਾ ਹੈ। ਵਸਤ ਪਿਤਾ ਕੀ ਗਾਦੀ ਕੇ ਜੋਤ ਵੱਡੋ ਪੁੱਤਰ ਕੋ ਹੈ ਅਧਿਕਾਰ। ਮੈਂ ਜਾ ਕੇ ਇਹ ਦਾਵਾ ਪੇਸ਼ ਕਰਾਂਗਾ ਵੀ ਪਿਤਾ ਦੀ ਗੱਦੀ ਦਾ ਜੋ ਵੀ ਸਾਜੋ ਸਾਮਾਨ ਐਸ਼ਵਰਜ ਹੈ ਉਹ ਸਮੇਤ ਵੱਡੇ ਪੁੱਤਰ ਦਾ ਅਧਿਕਾਰ ਹੁੰਦਾ ਵੀ ਮੈਂ ਜੇਠਾ ਪੁੱਤਰ ਹਾਂ, ਵੱਡਾ ਪੁੱਤਰ ਹਾਂ, ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਤੇ ਜੋ ਪਿਤਾ ਦਾ ਮਾਲ ਅਸਬਾਬ ਐਸ਼ਵਰਜ ਵਿਭੂਤੀ ਉਹਦਾ ਮਾਲਕ ਵੀ ਮੈਨੂੰ ਹੋਣਾ ਚਾਹੀਦਾ ਹੈ। ਸੋ ਮੁਝ ਕੋ ਅਬ ਆਪ ਦਬਾਵੋ ਇਨ ਇਕ ਨੇ ਹੱਥ ਲੀਨ ਬਲਕਾਰ। ਤੇ ਮੈਂ ਬਾਦਸ਼ਾਹ ਨੂੰ ਜਾ ਕੇ ਕਵਾਂਗਾ ਵੀ ਉਹ ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਕਿਉਂਕਿ ਮੈਂ ਵੱਡਾ ਪੁੱਤਰ ਹਾਂ। ਗੁਰਤਾ ਦਾ ਹੱਕ ਜਿਵੇਂ ਜੱਦੀ ਪੁਸ਼ਤੀ ਹੁੰਦਾ ਵੀ ਉਹ ਮੈਂ ਪੇਸ਼ ਕਰਾਂਗਾ ਵੀ ਮੈਨੂੰ ਗੁਰੂ ਬਣਾਓ, ਗੁਰਤਾ ਗੱਦੀ ਮੈਨੂੰ ਦਿਓ। ਤੇ ਇਹ ਛੋਟੇ ਨੇ ਧੱਕੇ ਦੇ ਨਾਲ ਜ਼ਬਰਦਸਤੀ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਜੇ ਕਰ ਵਸਤੂ ਕੇ ਅਧਿਕਾਰੀ ਸਗਲੇ ਨੰਦਨ ਕਾਹੇ ਬਣਾਏ। ਤੇ ਜੇ ਅੱਗੋਂ ਬਾਦਸ਼ਾਹ ਨੇ ਇਹ ਗੱਲ ਕਹਿ ਦਿੱਤੀ ਵੀ ਜਿਹੜੇ ਪਿਤਾ ਦੀ ਜਾਇਦਾਦ ਦੇ ਤਿੰਨੇ ਪੁੱਤਰ ਇੱਕੋ ਜਿਹੇ ਹੱਕਦਾਰ ਹੁੰਦੇ ਨੇ, ਜੇ ਇਹ ਗੱਲ ਸਰਕਾਰੀ ਦਰਬਾਰੇ ਚੱਲ ਪਈ ਤੋ ਸੋ ਦੀਰਘ ਗਾਦੀ ਲੈਵੈ ਇਸ ਮੈਂ ਕਛੁ ਨਾ ਸੰਸਾਇ ਆਏ। ਤੇ ਫਿਰ ਮੈਂ ਕਵਾਂਗਾ ਵੀ ਗੱਦੀ ਦਾ ਹੱਕ ਵੱਡੇ ਦਾ ਹੋਣਾ ਚਾਹੀਦਾ ਤੇ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਤੇ ਇਹਦੇ ਵਿੱਚ ਕੋਈ ਸੰਸੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਸੋ ਮੈਂ ਤਿਆਗੀ ਮਹਾਦੇਵ ਹਿਤ ਇਸ ਕੋਟੀ ਕਾ ਦੇਹ ਰਖਾਏ। ਕਿੰਨੀ ਚੁਸਤੀ ਚਲਾਕੀ ਵਰਤ ਰਿਹਾ ਹੈ, ਚੋਰ ਨਾਲੇ ਚਤਰਾਈ। ਮਹਾਦੇਵ ਨੂੰ ਕਹਿੰਦਾ ਮੈਂ ਬਾਦਸ਼ਾਹ ਦੇ ਸਾਹਮਣੇ ਜਾ ਕੇ ਇਹ ਗੱਲ ਆਖਾਂਗਾ ਵੀ ਚਲੋ ਠੀਕ ਹੈ, ਮੈਂ ਵੱਡਾ ਸੀ, ਹੱਕ ਤੇ ਮੇਰਾ ਸੀ ਗੁਰਤਾ ਗੱਦੀ ਦਾ, ਚਲ ਮੈਂ ਵੀ ਛੱਡ ਦਿੰਦਾ। ਆ ਮਹਾਦੇਵ ਹੈ, ਉਹ ਛੋਟੇ ਨੇ, ਇਹ ਵਿਚਕਾਰ ਲੈ, ਮੈਂ ਵੱਡਾ ਹਾਂ, ਚਲੋ ਮਹਾਦੇਵ ਨੂੰ ਦੇ ਦਿਓ, ਇਹਦੇ ਉੱਤੇ ਮੈਂ ਵੀ ਸਹਿਮਤ ਹੋ ਜਾਵਾਂਗਾ। ਇਹਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਤੇ ਇਹਨੂੰ ਪ੍ਰਸੰਨ ਕੀਤਾ ਜਾਵੇ। ਪਾਤਸ਼ਾਹ ਤੇ ਕਹਿ ਗੁਰ ਕਾਰ ਹੈ ਸਭ ਸੰਗ ਤੁਝ ਪੂਜੈ ਪਾਏ। ਇਉਂ ਮੈਂ ਬਾਦਸ਼ਾਹ ਨੂੰ ਕਹਿ ਕੇ, ਜਹਾਂਗੀਰ ਨੂੰ ਕਹਿ ਕੇ ਤੈਨੂੰ ਗੁਰੂ ਬਣਾ ਦੇਵਾਂਗਾ ਤੇ ਫਿਰ ਸਾਰੀ ਸੰਗਤ ਤੇਰੇ ਚਰਨਾਂ ਨੂੰ ਆ ਕੇ ਪੂਜਿਆ ਕਰੇਗੀ। ਪਰ ਹੁਣ ਇਸ ਅਗਿਆਨੀ ਪੁਰਸ਼ ਨੂੰ ਇਹ ਨਹੀਂ ਪਤਾ ਵੀ ਜਿਹੜੀ ਉਹਨਾਂ ਨੂੰ ਵੀ ਅਦਾਤ ਮਿਲੀ ਆ ਪਾਤਸ਼ਾਹੀ ਦੀ, ਉਹ ਤੇ ਗੁਰੂ ਨਾਨਕ ਦੇ ਦਰ ਤੋਂ ਮਿਲੀ ਹੈ। ਜਿਹੜੇ ਆਪ ਹੀ ਭਿਖਾਰੀ ਨੇ, ਗੁਰੂ ਘਰ ਦੇ ਮੰਗਤੇ ਨੇ, ਉਹਨਾਂ ਮੰਗਤਿਆਂ ਕੋਲ ਜਾ ਕੇ ਤੁਸੀਂ ਨਿਆਂ ਮੰਗੋਗੇ। ਇਹਨਾਂ ਗੱਲਾਂ ਨੂੰ ਇਹਨੇ ਨਹੀਂ ਵਿਚਾਰਿਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਏਮਨਾਬਾਦ ਵਿੱਚ ਜਾਂਦੇ ਨੇ, ਉੱਥੇ ਬਾਬਰ ਦਾ ਹਮਲਾ ਹੁੰਦਾ ਤੇ ਗੁਰੂ ਮਹਾਰਾਜ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਦੇ ਨੇ ਤੇ ਆਖੀਰ ਹੋਰ ਕੈਦੀਆਂ ਦੇ ਨਾਲ ਗੁਰੂ ਮਹਾਰਾਜ ਨੂੰ ਵੀ ਕੈਦ ਕਰ ਲਿਆ ਜਾਂਦਾ ਤੇ ਫਿਰ ਜਦੋਂ ਉਹਨਾਂ ਨੂੰ ਮੁਸ਼ੱਕਤ ਕਰਨ ਦੇ ਲਈ, ਚੱਕੀਆਂ ਪੀਣ ਦੇ ਲਈ ਆਖਿਆ ਜਾਂਦਾ ਹੈ ਤੇ ਗੁਰੂ ਮਹਾਰਾਜ ਦੇ ਸ਼ਬਦ ਕੀਰਤਨ ਦੀ ਸ਼ਕਤੀ ਦੇ ਨਾਲ ਚੱਕੀਆਂ ਆਪਣੇ ਆਪ ਚੱਲ ਪੈਂਦੀਆਂ ਨੇ। ਜਦੋਂ ਬਾਦਸ਼ਾਹ ਨੂੰ ਇਹ ਖਬਰ ਮਿਲਦੀ ਹੈ ਔਰ ਉਹ ਆ ਕੇ ਇਸ ਗੱਲ ਦਾ ਜਾਇਜ਼ਾ ਲੈਂਦਾ ਤੇ ਜਦੋਂ ਵੇਖਦਾ ਵੀ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਨੇ ਤੇ ਸਾਰੇ ਕੈਦੀ ਮਸਤ ਹੋਏ ਬੈਠੇ ਝੂਮ ਰਹੇ ਨੇ, ਚੱਕੀਆਂ ਆਪਣੇ ਆਪ ਹੀ ਚੱਲ ਰਹੀਆਂ ਨੇ, ਉਹ ਆ ਕੇ ਕਦਮਾਂ ਤੇ ਝੁਕ ਜਾਂਦਾ ਹੈ ਤੇ ਫਿਰ ਸਤਿਗੁਰੂ ਕਹਿਣ ਲੱਗੇ, ਬਾਬਰ ਤੂੰ ਦੱਸ ਚਾਹੁੰਦਾ ਕੀ ਹੈ? ਕਹਿੰਦਾ ਮੈਂ ਪੁਸ਼ਤ ਦਰ ਪੁਸ਼ਤ ਬਾਦਸ਼ਾਹੀ ਚਾਹੁੰਦਾ, ਹਿੰਦੁਸਤਾਨ ਦੇ ਵਿੱਚ ਮੇਰੀ ਬਾਦਸ਼ਾਹਤ ਹੋਵੇ। ਹਜ਼ੂਰ ਕਹਿਣ ਲੱਗੇ ਫਿਰ ਆ ਜਿਹੜੇ ਕੈਦੀ ਨੇ ਇਹਨਾਂ ਨੂੰ ਰਿਹਾ ਕਰ, ਬਿਨਾਂ ਸ਼ਰਤੋਂ ਸਾਰਿਆਂ ਨੂੰ ਰਿਹਾ ਕਰ। ਇਹਨੇ ਬੱਚੇ, ਬੀਬੀਆਂ, ਬਜ਼ੁਰਗ ਸਾਰੇ ਉੱਥੇ ਕੈਦੀ ਬਣਾ ਲਏ ਸਨ, ਇਹਨਾਂ ਨੂੰ ਰਿਹਾ ਕਰ ਤੇ ਅੱਗੇ ਲਈ ਬਚਨ ਦੇ ਮੈਂ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਾਂਗਾ, ਜ਼ੁਲਮ ਨਹੀਂ ਕਰਾਂਗਾ। ਤੀਜੀ ਗੱਲ,
ਤੂੰ ਗੁਰੂ ਘਰ ਦੇ ਨਾਲ, ਬਾਬੇ ਨਾਨਕ ਦੇ ਘਰ ਦੇ ਨਾਲ ਕਦੇ ਮੱਥਾ ਨਹੀਂ ਲਾਵੇਂਗਾ, ਝੁਕਿਆ ਰਵੇਂਗਾ। ਇਹ ਬਚਨ ਦੇ ਤਾਂ ਤੈਨੂੰ ਬਾਦਸ਼ਾਹੀ ਮਿਲ ਸਕਦੀ ਹੈ। ਤੇ ਇਹਨੇ ਬਚਨ ਮੰਨੇ ਤੇ ਗੁਰੂ ਮਹਾਰਾਜ ਨੇ ਆਖਿਆ ਸੀ ਜਿੰਨਾ ਚਿਰ ਨਿਆਂ ਕਰੇਗਾ ਉਨਾ ਚਿਰ ਤੁਹਾਡੀ ਬਾਦਸ਼ਾਹੀ ਰਹੇਗੀ, ਤੇ ਜਿੰਨਾ ਚਿਰ ਤੱਕ ਗੁਰੂ ਨਾਨਕ ਦੇ ਘਰ ਦਾ ਸਤਿਕਾਰ ਕਰੇਗਾ ਤੁਹਾਡੇ ਘਰ ਦੇ ਵਿੱਚ ਬਾਦਸ਼ਾਹਤ ਰਹੇਗੀ। ਤੇ ਜਦੋਂ ਤੁਸੀਂ ਅਨਿਆਂ ਕਰਨ ਲੱਗ ਪਏ, ਬਾਬਰ ਕੇ ਬਾਬੇ ਦੇ ਨਾਲ ਟਾਕਰੇ ਕਰਨ ਲੱਗ ਪਏ, ਮੁਕਾਬਲੇ ਕਰਨ ਲੱਗ ਪਏ, ਤੇ ਫਿਰ ਅਸੀਂ ਆਪਣੇ ਬਚਨ ਵਾਪਸ ਲੈ ਲਵਾਂਗੇ। ਤੇ ਫਿਰ ਨਾਲ ਇਹ ਵੀ ਆਖਿਆ ਅਸੀਂ ਐਵੇਂ ਨਹੀਂ, ਸਿਰ ਦੇ ਕੇ, ਕੁਰਬਾਨੀ ਦੇ ਕੇ ਫਿਰ ਅਸੀਂ ਆਪਣੇ ਬਚਨ ਵਾਪਸ ਲਵਾਂਗੇ। 7 ਪੁਸ਼ਤਾਂ ਤੱਕ ਇਹ ਇਹਨਾਂ ਦੀ ਸਲਤਨਤ ਰਹੀ ਮੁਗਲ ਬਾਦਸ਼ਾਹਾਂ ਦੀ। ਹੁਣ ਇਹ ਉਸੇ ਸਮੇਂ ਦੇ ਦੌਰਾਨ ਇਹ ਵਾਰਤਾ ਹੋ ਰਹੀ ਹੈ। ਹੁਣ ਜਹਾਂਗੀਰ ਬਾਦਸ਼ਾਹ ਦੇ ਕੋਲ ਜਾ ਕੇ ਕਹਿੰਦਾ ਵੀ ਮੈਂ ਉੱਥੇ ਜਾ ਕੇ ਤੈਨੂੰ ਗੁਰੂ ਬਣਾਵਾਂਗਾ। ਉਹ ਤੇ ਆਪ ਗੁਰੂ ਘਰ ਦੇ ਭਿਖਾਰੀ ਨੇ, ਉਹਨਾਂ ਕੋਲ ਜਾ ਕੇ ਪ੍ਰਿਥੀਆ ਸੋਚਦਾ ਮੈਂ ਗੁਰੂ ਬਣਾ ਕੇ ਤੈਨੂੰ ਲਿਆਵਾਂਗਾ। ਮੈਂ ਸਭ ਤੇ ਵੱਡ ਅਰਜਨ ਹੈ ਲਾਗੁ, ਦੋਨੋਂ ਕੋ ਵਿਵਾਦ ਵੱਡ ਜਾਨ। ਤੇ ਮੈਂ ਇਹ ਆਖਾਂਗਾ ਵੀ ਦੇਖੋ ਮੈਂ ਸਭ ਤੋਂ ਵੱਡਾ ਹਾਂ, ਗੁਰੂ ਅਰਜਨ ਦੇਵ ਮਹਾਰਾਜ ਛੋਟੇ ਨੇ, ਛੋਟੇ ਤੇ ਵੱਡੇ ਭਰਾ ਦਾ ਸਾਡਾ ਹੁਣ ਝਗੜਾ ਸ਼ੁਰੂ ਹੋ ਚੁੱਕਿਆ ਹੈ। ਨਹਿ ਦੋਨੋਂ ਕੋ ਗਾਦੀ ਪਾਵਹਿ, ਜਾਂ ਤੇ ਮਧਿਅਮ ਕਰੋ ਮਹਾਨ। ਚਲੋ ਮੈਨੂੰ ਵੀ ਛੱਡੋ, ਮੈਂ ਵੱਡਾ ਹਾਂ, ਤੇ ਛੋਟੇ ਨੂੰ ਵੀ ਗੱਦੀ ਦਾ ਕੋਈ ਹੱਕ ਨਹੀਂ ਹੈ। ਤੇ ਸਾਡਾ ਫੈਸਲਾ ਇਹ ਹੋਵੇਗਾ ਜਿਹੜਾ ਵਿਚਕਾਰਲਾ ਹੈ ਮਹਾਦੇਵ, ਇਹਨੂੰ ਗੁਰੂ ਬਣਾ ਦਿਓ। ਹੁਣ ਗੁਰੂ ਬਣਾਉਣਾ ਸਰਕਾਰਾਂ ਦੇ ਹੱਥ ਹੁੰਦਾ। ਗੁਰੂ ਤੇ ਰੱਬ ਦੀ ਦਰਗਾਹ ਦੀ ਬਖਸ਼ਿਸ਼ ਹੈ ਗੁਰਤਾ ਗੱਦੀ। ਤਖਤ ਰਾਜਾ ਸੋਭਾ ਜੇ ਤਖਤ ਲਾਇਕ ਹੋਈ। ਜੇ ਐਸੀ ਗੱਲ ਹੁੰਦੀ ਤੇ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਵੀ ਦਾਅਵਾ ਕਰ ਸਕਦੇ ਸੀ ਸਾਨੂੰ ਗੁਰੂ ਬਣਾਓ। ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਵਿੱਚ ਵੀ ਇਹੀ ਕੁਛ ਹੋਇਆ। ਸੇਵਾਦਾਰਾਂ ਨੂੰ ਜਿਨ੍ਹਾਂ ਨੇ ਹੁਕਮ ਮੰਨਿਆ ਦਾਤ ਮਿਲੀ ਹੈ, ਤੇ ਪਰ ਇਹਨੂੰ ਹੁਣ ਭਰਮ ਪੈ ਗਿਆ ਵੀ ਪਤਾ ਨਹੀਂ ਸ਼ਾਇਦ ਸਰਕਾਰ ਹੀ ਮੈਨੂੰ ਮੇਰਾ ਇਹ ਗੁਰਤਾ ਜੱਦੀ ਹੱਕ ਜਿਵੇਂ ਹੁੰਦਾ ਮੈਨੂੰ ਦਵਾ ਦੇਵੇਗੀ। ਇਸ ਭਰਮ ਦੇ ਵਿੱਚ ਪਿਆ ਹੋਇਆ ਮਹਾਦੇਵ ਨੂੰ ਭਰਮਾਰਿਆ। ਕਹਿੰਦਾ ਵੀ ਫਿਕਰ ਨਾ ਕਰ, ਮੈਂ ਬਾਦਸ਼ਾਹ ਨੂੰ ਕਹਾਂਗਾ ਮੈਂ ਵੀ ਛੱਡੀ, ਤੇ ਛੋਟੇ ਭਰਾ ਕੋਲੇ ਵੀ ਨਹੀਂ ਰਹਿਣੀ ਚਾਹੀਦੀ, ਮਹਾਦੇਵ ਨੂੰ ਗੁਰਤਾ ਗੱਦੀ ਦੇ ਦਿਓ। ਮਹਾਦੇਵ ਹੈ ਮਹਾਦੇਵ ਸਮ, ਭੋਰਾ ਮਨ ਨਹਿ ਛਲ ਨਹਿ ਮਾਨ। ਮੈਂ ਤੇਰੀ ਉੱਤੇ ਜਾ ਕੇ ਤਾਰੀਫ ਕਰਾਂਗਾ। ਇਹ ਜਿਹੜਾ ਮਹਾਦੇਵ ਹੈ ਨਾ, ਇਹ ਤੇ ਮਹਾਦੇਵ ਇਹ ਤਾਂ ਸ਼ਿਵ ਜੀ ਦਾ ਹੀ ਰੂਪ ਹੈ। ਇਹ ਬੜੀ ਸਮਾਧੀ ਲਾਉਂਦਾ, ਬੜਾ ਭਜਨ ਕਰਦਾ। ਇਹਦਾ ਮਨ ਵੀ ਭੋਲਾ ਹੈ, ਨਿਸ਼ਕਪਟ ਹੈ, ਨਾ ਕੋਈ ਛਲ ਹੈ, ਤੇ ਨਾ ਕਦੀ ਇਹਦੇ ਮਨ ਵਿੱਚ ਹੰਕਾਰ ਪੈਦਾ ਹੁੰਦਾ। ਜਾਂ ਤੇ ਹਮ ਇਸ ਪਰ ਸਭ ਖੁਸ਼ ਹੈ, ਜਗ ਗੁਰਤਾ ਕੇ ਉਚਿਤ ਪਰਮਾਨ। ਤੇ ਮੈਂ ਵੀ ਖੁਸ਼ ਹਾਂ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਸਹਿਮਤ ਕਰ ਲਵਾਂਗੇ, ਤੇ ਇਹਨੂੰ ਗੁਰੂ ਬਣਾ ਦਿਓ ਮਹਾਦੇਵ ਜੀ ਨੂੰ। ਇਹ ਗੁਰਤਾ ਗੱਦੀ ਦੇ ਯੋਗ ਹੈ ਤੇ ਪ੍ਰਮਾਣਿਕ ਹੈ। ਹਿਮ ਕਹਿ ਕੇ ਤੁਝ ਕਰ ਗੁਰ ਲਿਆਵਹਿ, ਕੀਜਹਿ ਤਿਆਰੀ ਹਮਰੇ ਸੰਗ। ਲੋ ਪ੍ਰਿਥਵੀ ਨੇ ਆਪਣੀ ਸਾਰੀ ਜਿਹੜੀ ਗੱਲ ਸੀ ਇਹਨੂੰ ਭਰਮਾਉਣ ਦੇ ਲਈ ਉਹ ਸਾਰੀ ਦੱਸ ਦਿੱਤੀ ਵੀ ਮੈਂ ਇਉਂ ਤੈਨੂੰ ਗੁਰੂ ਬਣਾ ਕੇ ਲਿਆਵਾਂਗਾ। ਇਸ ਲਈ ਹੁਣ ਜਿਵੇਂ ਮੈਂ ਤੈਨੂੰ ਗੱਲ ਦੱਸੀ ਹੈ ਨਾ, ਤੇ ਤੂੰ ਮੇਰੀ ਮੰਨ, ਹੁਣ ਕਰ ਲੈ ਤਿਆਰੀ, ਤੇ ਆਪਾਂ ਦੋਵੇਂ ਦਿੱਲੀ ਇਕੱਠੇ ਜਾਵਾਂਗੇ। ਦੋਨੋਂ ਮਿਲੈ ਭਲੀ ਵਿਦ ਬਨ ਹੈ, ਮਿਲਹਿ ਤੋਹੇ ਪਦ ਅਦਕ ਉਤੰਗ। ਲੋ ਹੁਣ ਆਪਾਂ ਦੋਵੇਂ ਜਾਵਾਂਗੇ, ਤੇ ਚੰਗੀ ਗੱਲ ਹੋਵੇਗੀ ਆਪਾਂ ਇਕੱਠੇ ਜਾ ਕੇ ਬਾਦਸ਼ਾਹ ਨੂੰ ਮਿਲੀਏ, ਤੇ ਫਿਰ ਤੈਨੂੰ ਜਿਹੜੀ ਗੁਰਤਾ ਗੱਦੀ ਦੀ ਬਹੁਤ ਉੱਚੀ ਵੱਡੀ ਪਦਵੀ ਉਹ ਪ੍ਰਾਪਤ ਹੋ ਜਾਵੇਗੀ। ਅਗਨ ਸਮਾਨ ਮੋਹਿ ਕਹ ਜਾਨੋ, ਤੁਜ ਸਮੀਰ ਤੇ ਮਚਹਿ ਅਭੰਗ। ਇਹ ਹੁਣ ਰਾਜਨੀਤੀ ਵਰਤਦਾ, ਕਹਿੰਦਾ ਦੇਖ ਮੇਰਾ ਗੁੱਸਾ ਤੇ ਅੱਗ ਵਾਂਗੂ, ਤੇ ਤੂੰ ਹਵਾ ਵਾਂਗੂ ਮੇਰੇ ਨਾਲ ਰਲ ਜਾ। ਜਦੋਂ ਅੱਗ ਨੂੰ ਹਵਾ ਲੱਗਦੀਆਂ ਨੇ ਫਿਰ ਬੜੀਆਂ ਲਾਟਾਂ ਨਿਕਲਦੀਆਂ ਨੇ, ਤੇ ਫਿਰ ਇੱਕ ਰਸ ਅੱਗ ਬਲੇਗੀ ਤੇ ਆਪਣਾ ਕੰਮ ਬਣ ਜਾਵੇਗਾ। ਆਸ ਕੋ ਕਾਰਜ ਫੇਰ ਨ ਸਿੱਧ ਹੋਏ, ਹਮ ਤੁਮ ਜਬ ਹੋਏ ਇੱਕ ਰੰਗ। ਮਹਾਦੇਵ ਨੂੰ ਭਰਮਾਉਂਦਾ, ਕਹਿੰਦਾ ਜਦੋਂ ਅਸੀਂ ਇੱਕ ਜਾਨ ਹੋ ਗਏ, ਅਸੀਂ ਇਕੱਠੇ ਹੋ ਗਏ ਦੋਵੇਂ ਭਰਾ, ਤੇ ਫਿਰ ਉਹ ਕਿਹੜਾ ਕਾਰਜ ਹੈ ਜਿਹੜਾ ਸਿੱਧ ਨਾ ਹੋਵੇ। ਅਸੀਂ ਦੋਵੇਂ ਰਲ ਕੇ ਸਭ ਕੁਝ ਕਰ ਸਕਦੇ ਹਾਂ। ਮਹਾਦੇਵ ਸੁਣ ਕੇ ਬਿਕਸਾਨੋ, ਭਲੋ ਮਨਾਵਨ ਆਇਓ ਤੋਹੇ। ਮਹਾਦੇਵ ਗੁਰਮੁਖ ਬੰਦਾ ਸੀ, ਕਹਿਣ ਲੱਗਾ, ਸੁਣ ਕੇ ਹੱਸ ਪਿਆ। ਕਹਿੰਦਾ ਪ੍ਰਿਥਵੀ ਨੂੰ, ਕਹਿੰਦਾ ਭਰਾਤਾ ਜੀ ਮੈਂ ਤੇ ਤੁਹਾਨੂੰ ਮਨਾਉਣ ਆਇਆ ਸੀ,
ਵੀ ਚਲੋ ਤੁਹਾਡੀ ਮੈਂ ਗੁਰੂ ਮਹਾਰਾਜ ਦੇ ਨਾਲ ਸੁਲ੍ਹਾ ਕਰਵਾ ਦੇਵਾਂ, ਰਾਜੀਨਾਮਾ ਹੋ ਜਾਵੇ, ਲੜਾਈ ਝਗੜਾ ਮਿਟ ਜਾਵੇ, ਪਰ ਤੁਸੀਂ ਤਾਂ ਉਲਟਾ ਮੇਰੇ ਤੇ ਚੱਕਰ ਚਲਾ ਰਹੇ ਹੋ। ਸਭ ਸੁਖ ਪਾਵਤ ਨਿਜ ਕਰ ਬੈਠੇ, ਇੱਕ ਪੀ ਚਿੰਤਾ ਨਹਿ ਮਨ ਮੋਹੇ। ਉਹ ਕਹਿੰਦਾ ਮੇਰੇ ਨਾਲ ਦਿੱਲੀ ਚੱਲੋ, ਮੈਂ ਤੁਹਾਨੂੰ ਗੁਰੂ ਬਣਵਾ ਕੇ ਲਿਆਵਾਂਗਾ। ਮਹਾਦੇਵ ਕਹਿੰਦਾ ਮੈਂ ਆਪਣੇ ਘਰ ਦੇ ਵਿੱਚ ਸੁਖ ਆਰਾਮ ਦੀ ਜ਼ਿੰਦਗੀ ਬਸਰ ਕਰ ਰਿਹਾ ਹਾਂ, ਕੋਈ ਰਾਏ ਜਿੰਨਾ ਵੀ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਤੌਖਲਾ ਨਹੀਂ, ਕੋਈ ਖਦਸ਼ਾ ਨਹੀਂ, ਤੇ ਮੈਂ ਆਪਣਾ ਸੁਖ ਆਰਾਮ ਛੱਡ ਕੇ ਕਿਉਂ ਤੇਰੇ ਨਾਲ ਜਾਵਾਂ। ਲਗਿਓ ਬਿਗਾਰਨ ਕੋ ਉਪਦੇਸ਼ਨ, ਜਿਹ ਤੇ ਸੰਕਟ ਆਤਸ਼ਹ ਹੋਏ। ਮਹਾਦੇਵ ਕਹਿੰਦਾ ਤੂੰ ਤਾਂ ਮੈਨੂੰ ਵੀ ਵਿਗਾੜਨ ਵਾਸਤੇ ਉਪਦੇਸ਼ ਦੇਣ ਲੱਗਿਆ ਵੀ ਤੂੰ ਮੇਰੇ ਨਾਲ ਰਲ, ਆਪਾਂ ਦੋਵੇਂ ਰਲ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਗੁਰਤਾ ਗੱਦੀ ਖੋਹ ਲਵਾਂਗੇ। ਪਰ ਇਹ ਗੱਲ ਉਹ ਤੂੰ ਕਰਾਂ ਜਿਹਦੇ ਕਰਕੇ ਬਹੁਤਾ ਦੁੱਖ ਸਾਨੂੰ ਪ੍ਰਾਪਤ ਹੋਵੇਗਾ। ਮੈਂ ਨਹਿ ਮਾਨੋ ਦਵੈਸ਼ ਨ ਠਾਨੋ, ਅਰਜੁਨ ਗੁਰੂ ਨਾ ਰਾਗ ਨਾ ਦਰੋਹੇ। ਦੇਖ ਮੈਂ ਗੁਰੂ ਮਹਾਰਾਜ ਦੇ ਨਾਲ ਈਰਖਾ ਨਹੀਂ ਕਰਦਾ, ਇਸ ਲਈ ਮੈਂ ਤੇਰੀ ਗੱਲ ਨਹੀਂ ਮੰਨਾਂਗਾ। ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨੇ, ਉਹਨਾਂ ਦੇ ਅੰਦਰ ਨਾ ਤੇ ਮੋਹ ਹੈ ਤੇ ਨਾ ਹੀ ਗੁੱਸਾ ਹੈ ਤੇ ਨਾ ਹੀ ਕਿਸੇ ਦੇ ਨਾਲ ਈਰਖਾ ਛਲ ਕਰਦੇ ਹਨ। ਸੁਨੋ ਭਰਾਤ ਇੱਕ ਬਾਤ ਨੀਤ ਕੀ, ਅਤ ਉਤਪਾਤ ਚਾਹਤ ਚਿਤ ਠਾਨ। ਉਹ ਕਹਿੰਦਾ ਭਰਾਤਾ ਜੀ ਸੁਣੋ, ਇੱਕ ਨੀਤੀ ਦੀ ਗੱਲ ਮੈਂ ਤੁਹਾਨੂੰ ਦੱਸਦਾ। ਉਹ ਨੀਤੀ ਦੀ ਗੱਲ ਕੀ ਹੈ ਵੀ ਅਤ ਉਤਪਾਤ ਚਾਹਤ ਚਿਤ ਠਾਨ। ਤੂੰ ਚਾਹੁੰਦਾ ਨਾ ਮੈਂ ਵੱਡਾ ਉਪਦਰਵ ਕਰਾਂ, ਵੀ ਮੈਂ ਉੱਥੇ ਦਿੱਲੀ ਜਾਵਾਂ, ਉੱਥੋਂ ਹੁਕਮ ਜਾਰੀ ਕਰਵਾਵਾਂ, ਬਰੰਟ ਕਢਾਵਾਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਸਜ਼ਾ ਦਵਾਵਾਂ। ਇਹ ਜਿਹੜੇ ਵੱਡੇ ਉਪਦਰਵ ਤੂੰ ਕਰਨੇ ਚਾਹ ਰਿਹਾ ਹੈ। ਘਰ ਫੂਟੇ ਬੜ ਸੰਕਟ ਹੋਵਤ, ਲਗਤਾ ਪਾਵਤ ਵੈ ਜੋ ਮਹਾਨ। ਲੈ ਗੱਲ ਸੁਣ ਲੈ, ਇੱਕ ਤੈਨੂੰ ਨੀਤੀ ਦੀ ਗੱਲ ਦੱਸਦਾ। ਜਦੋਂ ਘਰ ਦੇ ਵਿੱਚ ਫੁੱਟ ਪੈ ਜਾਂਦੀ ਹੈ ਨਾ, ਭਰਾਵਾਂ ਦੇ ਵਿੱਚ ਝਗੜਾ ਹੋ ਜਾਂਦਾ ਜਾਂ ਕੋਈ ਫੁੱਟ ਪੈ ਜਾਂਦੀ ਹੈ, ਤੇ ਉਹ ਬੜਾ ਦੁੱਖ ਹੁੰਦਾ ਹੈ ਉਹਦਾ। ਤੇ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਨੇ ਨਾ, ਤੇ ਉਹ ਵੀ ਛੋਟੇ ਹੋ ਜਾਂਦੇ ਨੇ, ਉਹਨਾਂ ਦਾ ਵੀ ਕੱਦ ਬੌਣਾ ਹੋ ਜਾਂਦਾ। ਕਿਉਂ? ਜਦੋਂ ਭਰਾਵਾਂ ਵਿੱਚ ਫੁੱਟ ਪੈਂਦੀ ਹੈ, ਫਿਰ ਜਿਹੜੇ ਹੋਰ ਵੀ ਜਿਹੜੇ ਸ਼ਰੀਕ ਹੁੰਦੇ ਨੇ ਤੇ ਉਹ ਤਮਾਸ਼ਾ ਵੇਖਦੇ ਨੇ, ਤੇ ਫਿਰ ਉਹਦੇ ਨਾਲ ਜਿਹੜਾ ਕੋਈ ਪ੍ਰਭਾਵ ਹੈ, ਰੋਹ ਬਦਾਵ ਹੈ, ਉਹ ਖਤਮ ਹੋ ਜਾਂਦਾ। ਤੇ ਜਿਹੜੇ ਵੱਡੇ ਵੀ ਬਣਦੇ ਨੇ ਉਹ ਵੀ ਛੋਟੇ ਹੋ ਜਾਂਦੇ ਹਨ। ਜਹ ਕਹਿ ਹਾਸੀ ਕਰੇ ਜਗਤ ਮਹਿ, ਪੁਨ ਅਪ ਜਸ ਕੋ ਪਾਏ ਅਜਾਨ। ਲੋ ਮਹਾਦੇਵ ਜੀ ਕਹਿੰਦੇ ਨੇ ਫਿਰ ਲੋਕ ਵੀ ਮਜ਼ਾਕ ਉਡਾਉਂਦੇ ਨੇ, ਮਖੌਲ ਕਰਦੇ ਨੇ ਸਾਰੇ ਸੰਸਾਰ ਵਿੱਚ। ਜਦੋਂ ਭਰਾਵਾਂ ਦੀ ਲੜਾਈ ਹੁੰਦੀ ਹੈ ਉਹ ਵੀ ਹੱਸਦੇ ਨੇ, ਤੇ ਫਿਰ ਇਸ ਸੰਸਾਰ ਦੇ ਵਿੱਚ ਵੀ ਉਹ ਅਪਜਸ ਬਦਨਾਮੀ ਨੂੰ ਖੱਟਦੇ ਹਨ। ਇਹ ਅਣਜਾਣ ਲੋਕਾਂ ਦਾ ਕੰਮ ਹੁੰਦਾ। ਪ੍ਰਥਮ ਵਿਸਾਲ ਬਲੀ ਜਗ ਉਪਜੇ, ਭਦ ਭਏ ਤੇ ਪ੍ਰਾਪਤ ਹਾਨ। ਭੇਦ ਪਏ ਤੇ ਵਿਸਾਲ ਬਲੀ ਜਗ ਉਪਜੇ। ਜਿਹੜੇ ਪਹਿਲਾਂ ਵੀ ਬੜੇ ਬੜੇ ਬਲਵਾਨ ਰਾਜੇ ਮਹਾਰਾਜੇ ਸੰਸਾਰ ਵਿੱਚ ਪੈਦਾ ਹੋਏ ਨੇ, ਭੇਦ ਪਏ ਤੇ ਜਦੋਂ ਉਹਨਾਂ ਦੇ ਵਿੱਚ ਵੀ ਭੇਦ ਦਾ ਅਰਥ ਹੁੰਦਾ ਹੈ ਵੀ ਭੇਦ ਫਰਕ ਪੈ ਗਿਆ, ਆਪਸ ਵਿੱਚ ਉਹਨਾਂ ਦੇ ਤਰੇੜ ਪੈ ਗਈ, ਤੇ ਜਾਂ ਦੁਬਦਾ ਦੀ ਦੀਵਾਰ ਖੜੀ ਹੋ ਗਈ, ਫੁੱਟ ਦਾ ਸ਼ਿਕਾਰ ਹੋ ਗਏ, ਉਹ ਵੀ ਤਬਾਹ ਹੋ ਕੇ ਰਹਿ ਗਏ। ਮਿਲਣ ਬਿਖੇ ਗੁਣ ਅਦਕ ਭਾਂਤ ਕੇ, ਫੂਟਣ ਬਿਖੇ ਸੋ ਅਵਗੁਣ ਬ੍ਰਿੰਦ। ਲਓ ਜਿੱਥੇ ਤਾਂ ਮੇਲ ਮਿਲਾਪ ਹੁੰਦਾ ਹੈ, ਜਮਾਤ ਕਰਾ ਮਾਤ ਹੁੰਦੀ ਹੈ, ਉੱਥੇ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਹੁੰਦਾ। ਮਿਲਾਪ ਦੇ ਬੜੇ ਗੁਣ ਸਿਆਣਿਆਂ ਨੇ ਦੱਸੇ ਨੇ। ਤੇ ਜਦੋਂ ਭਰਾਵਾਂ ਦੇ ਵਿੱਚ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਫੁੱਟ ਪੈ ਜਾਂਦੀ ਹੈ, ਉਹਦੇ ਬਹੁਤ ਵੱਡੇ ਔਗਣ ਅੱਗੇ ਐਬ, ਉਹਦੇ ਰਿਜ਼ਲਟ ਮਾੜੇ ਨਿਕਲਦੇ ਹਨ। ਕਰੋ ਖੁਸ਼ਾਮਦ ਤੁਰਕਨ ਕੇਰੀ, ਦੇਹੋ ਦਰਬ ਰਿਸ਼ਵਤ ਬੇਲੰਦ। ਦੇਖੋ ਹੁਣ ਤੁਸੀਂ ਜਾ ਕੇ ਤੁਰਕਾਂ ਦੀ ਖੁਸ਼ਾਮਦ ਕਰੋਗੇ, ਤੇ ਜਿਹੜੇ ਉਹਨਾਂ ਦੇ ਅਹਿਲਕਾਰ ਨੇ ਉਹਨਾਂ ਨੂੰ ਜਾ ਜਾ ਕੇ ਵੱਡੀ ਦਾ ਧਨ ਖਵਾਓਗੇ। ਭਰਾਤ ਪਰਸਪਰ ਜਹ ਜਹ ਬਿਗੜੈ, ਤਹ ਤੈ ਅਪਦਾ ਪਰ ਦੁਖ ਵੰਦ। ਲਓ ਜਿੱਥੇ ਜਿੱਥੇ ਪਰਿਵਾਰਾਂ ਦੇ ਵਿੱਚ, ਭਰਾਵਾਂ ਦੇ ਵਿੱਚ ਫੁੱਟ ਪਈ ਹੈ ਨਾ, ਤੇ ਉੱਥੇ ਨੁਕਸਾਨ ਹੀ ਹੋਇਆ, ਇੱਕ ਦੂਸਰੇ ਦਾ ਨੁਕਸਾਨ। ਭੱਜੀਆਂ ਬਾਹਾਂ ਆਪਣੇ ਗਲ ਨੂੰ ਆਉਂਦੀਆਂ ਨੇ। ਇਸ ਵਾਸਤੇ ਜਿੱਥੇ ਜਿੱਥੇ ਭਰਾਵਾਂ ਦੇ ਵਿੱਚ ਕੋਈ ਝਗੜਾ ਹੋਇਆ ਹੈ, ਤੇ ਉੱਥੇ ਉੱਥੇ ਨਾਲ ਮੁਸੀਬਤ ਖੜੀ ਹੋਈ ਹੈ, ਵਿਪਤਾ ਪਈ ਹੈ। ਬਿਦਤ ਬਾਤ ਤੁਮ ਜਾਣੋ ਕਿਉਂ ਨ ਹੈ, ਸ਼ਿਮਾ ਕਰਨ ਹੀ ਸਭ ਸੋਹ ਕੰਦ। ਇਹ ਭਰਾਤਾ ਜੀ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਜਾਣਦੇ? ਸਾਰੀ ਦੁਨੀਆ ਵਿੱਚ ਇਹ ਗੱਲ ਪ੍ਰਸਿੱਧ ਹੈ, ਪ੍ਰਚਲਿਤ ਹੈ ਵੀ ਜਮਾਤ ਕਰਾਮਾਤ ਹੁੰਦੀ ਹੈ, ਭਰਾਵਾਂ ਦੇ ਵਿੱਚ
ਦੁਬਦਾ ਨਹੀਂ ਹੋਣੀ ਚਾਹੀਦੀ, ਭਰਾਵਾਂ ਵਿੱਚ ਫੁੱਟ ਨਹੀਂ ਹੋਣੀ ਚਾਹੀਦੀ। ਤੇ ਜੇ ਕਿਸੇ ਕੋਲੋਂ ਗਲਤੀ ਹੋਵੇ ਤੇ ਇਹੀ ਸਿਆਣਪ ਹੁੰਦੀ, ਉਹਨੂੰ ਮਾਫ ਕੀਤਾ ਜਾਵੇ। ਇਸ ਲਈ ਜੇ ਕੋਈ ਤੁਹਾਡਾ ਝਗੜਾ ਹੋਇਆ ਤੇ ਉਹਨੂੰ ਮਾਫ ਕਰ ਦਿਓ, ਤੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਬਿਗਰੇ ਬਾਲੀ ਭਰਾਤ ਸੁਗਰੀਵ ਜੋ ਤਿਨ ਮਹ ਭਇਓ ਬੜੇ ਕੋ ਨਾਸ਼। ਆ ਦੇਖੋ ਪੁਰਾਣੇ ਕੁਛ ਪੁਰਾਣਕ ਹਵਾਲੇ ਕਵੀ ਜੀ ਦਿੰਦੇ ਨੇ। ਬਾਲੀ ਤੇ ਸੁਗਰੀਵ ਦੋਵੇਂ ਸਕੇ ਭਰਾ ਸਨ, ਆਪਸ ਵਿੱਚ ਲੜ ਪਏ। ਤੇ ਫਿਰ ਜਦੋਂ ਉਹਨਾਂ ਨੇ ਦੇਖਿਆ ਵੀ ਸੁਗਰੀਵ ਨੇ, ਵੱਡੇ ਭਰਾ ਬਾਲੀ ਨੇ ਮੇਰੇ ਨਾਲ ਧੱਕਾ ਕੀਤਾ ਹੈ, ਤੇ ਫਿਰ ਉਹਨੇ ਰਾਮਚੰਦਰ ਜੀ ਦੀ ਜਾ ਕੇ ਸ਼ਰਨ ਲੈ ਲਈ। ਤੇ ਫਿਰ ਉਹਨਾਂ ਨੇ ਉਹਦੀ ਰੱਖਿਆ ਕੀਤੀ। ਬਾਲੀ ਦੀ ਮੌਤ ਹੋ ਗਈ ਸੀ। ਰਾਵਣ ਨਾਸ਼ ਬਭੀਖਨ ਕੀਨਸ ਭੇਦ ਰਾਖਸ਼ਨ ਕਰਤ ਪ੍ਰਕਾਸ਼। ਬਈ ਵੇਖ ਲੋ, ਇਹ ਬਭੀਖਨ ਨੇ ਭੇਦ ਦੇ ਕੇ ਰਾਵਣ ਦਾ ਸਤਿਆਨਾਸ਼ ਕਰ ਦਿੱਤਾ। ਕਿਉਂ? ਇਹ ਜਿਹੜਾ ਰਾਵਣ ਦਾ ਭੇਦ ਸੀ ਉਹ ਬਭੀਖਨ ਨੇ ਜਾ ਕੇ ਰਾਮਚੰਦਰ ਜੀ ਨੂੰ ਦੇ ਦਿੱਤਾ ਸੀ ਵੀ ਮੈਂ ਉਹਦਾ ਭਰਾ ਹਾਂ। ਕਿਉਂ? ਰਾਵਣ ਨੇ ਹੰਕਾਰ ਵਿੱਚ ਜਾ ਕੇ ਆਪਣੇ ਭਰਾ ਬਭੀਖਨ ਦਾ ਅਪਮਾਨ ਕੀਤਾ, ਸਭਾ ਦੇ ਵਿੱਚ ਬੇਇੱਜ਼ਤ ਕੀਤਾ, ਤੇ ਵੀ ਸਾਨੂੰ ਲੜਾਈ ਨਹੀਂ ਕਰਨੀ ਚਾਹੀਦੀ, ਸੀਤਾ ਵਾਪਸ ਦੇ ਕੇ ਸਾਨੂੰ ਉਹਨਾਂ ਨਾਲ ਵੀ ਸੁਲਹ ਸਫਾਈ ਕਰ ਲੈਣੀ ਚਾਹੀਦੀ ਹੈ। ਪਰ ਜਦੋਂ ਰਾਵਣ ਨਾ ਮੰਨਿਆ ਤੇ ਫਿਰ ਕਹਿੰਦੇ ਬਭੀਖਨ ਨੇ ਭੇਤ ਦੇ ਕੇ, ਭੇਤ ਪ੍ਰਗਟ ਕਰਕੇ ਲੰਕਾ ਢਹਾ ਦਿੱਤੀ ਤੇ ਇਹਦਾ ਵੀ ਸਭ ਕੁਛ ਨਾਸ਼ ਕਰਵਾ ਦਿੱਤਾ ਸੀ। ਕੌਰਵ ਪਾਂਡਵ ਹੱਠ ਕਰ ਨਿਸ਼ਠੁਰ ਸੰਘਰ ਕਰ ਬਿਨ ਸੇ ਬਲ ਰਸ। ਫਿਰ ਕੌਰਵ ਤੇ ਪਾਂਡਵ ਆਪਸ ਵਿੱਚ ਲੜ ਪਏ, ਉਹਨਾਂ ਦੇ ਵਿੱਚ ਝਗੜਾ ਹੋ ਗਿਆ। ਬੜੇ ਜਿਹੜੇ ਹਠੀ ਸਨ ਤੇ ਬੜੇ ਕਠੋਰ ਸਨ। ਆਖਿਰ ਜੰਗ ਹੋਇਆ, ਜੰਗ ਦੇ ਵਿੱਚ ਕੌਰਵਾਂ ਦਾ ਵੀ ਨਾਸ਼ ਹੋ ਗਿਆ। ਬੜਿਆਨ ਕੀ ਦਸ਼ਾ ਭਈ ਜਬ ਅਲਪਨ ਕੀ ਗਿਣਤੀ ਕਹੋ ਕਿਆਸ। ਜਦੋਂ ਵੱਡਿਆਂ ਦੀ ਇਹ ਹਾਲਤ ਹੋਈ ਹੈ ਤੇ ਜਿਹੜੇ ਛੋਟੇ ਆ ਉਹਨਾਂ ਦੀ ਗਿਣਤੀ ਕੌਣ ਕਰੇ? ਇਹਦਾ ਮਤਲਬ ਆਪਾਂ ਤੇ ਹਾਲੇ ਛੋਟੇ ਆ, ਤੇ ਜਿਹੜੇ ਵੱਡੇ ਰਾਜ ਘਰਾਣੇ ਵੀ ਹੋਏ ਨੇ ਨਾ, ਜਦੋਂ ਉਹਨਾਂ ਦੇ ਵਿੱਚ ਵੀ ਫੁੱਟ ਪਈ ਹੈ ਤੇ ਉਹ ਵੀ ਬਰਬਾਦ ਹੋ ਗਏ। ਘਰ ਕੀ ਬਾਤ ਵਹਿਰ ਪ੍ਰਕਾਸ਼ਨ ਕਰਹਿ ਪ੍ਰਸ ਪਰ ਨਿੰਦ ਬਖਾਨ। ਤੇ ਆਪਣੇ ਘਰ ਦਾ ਪਰਦਾ ਰੱਖਣਾ ਚਾਹੀਦਾ ਹੈ, ਘਰ ਦੀ ਗੱਲ ਜਾ ਕੇ ਬਾਹਰ ਦੱਸਣੀ। ਇਹਨੂੰ ਤਾਂ ਕੋਈ ਵੀ ਸਿਆਣਾ ਬੰਦਾ ਚੰਗੀ ਨਹੀਂ ਸਮਝਦਾ। ਤੇ ਆਪਸ ਵਿੱਚ ਝਗੜਾ ਕਰਨਾ ਤੇ ਘਰ ਦੀ ਗੱਲ ਨੂੰ ਬਾਹਰ ਲੋਕਾਂ ਵਿੱਚ ਜਾ ਕੇ ਦੱਸਣਾ, ਇਹ ਮੂਰਖਤਾ ਹੁੰਦੀ ਹੈ। ਹਉਰੇ ਅਰ ਖੋਟੇ ਸਾ ਭਖ ਹੈ ਬਿਨ ਸੇ ਗੌਰ ਵਡਾਈ ਮਾਨ। ਜਿਹੜਾ ਘਰ ਦਾ ਭੇਦ ਬਾਹਰ ਜਾ ਕੇ ਦਿੰਦਾ ਹੈ ਤੇ ਫਿਰ ਲੋਕ ਉਹਨੂੰ ਕਹਿੰਦੇ ਵੀ ਇਹ ਤੇ ਹੋਛਾ ਬੰਦਾ, ਇਹ ਤੇ ਖੋਟਾ ਹੈ, ਬੇਈਮਾਨ ਹੈ। ਸਾਰੇ ਇਹੀ ਗੱਲਾਂ ਕਹਿੰਦੇ ਨੇ। ਤੇ ਬਿਨ ਸੇ ਗੌਰ, ਜਿਹੜੀ ਉਹਦੀ ਗੌਰਵਤਾ ਹੈ ਤੇ ਵਡਿਆਈ ਹੈ ਤੇ ਉਹਦਾ ਮਾਣ ਸਤਕਾਰ, ਉਹ ਵੀ ਨਾਸ ਹੋ ਜਾਂਦਾ। ਖਰਚ ਹੈ ਧਨ ਚਿਤ ਚਿੰਤਾ ਚਿਤ ਵਹਿ ਅਸ਼ਟ ਜਾਮ ਲੋ ਦੁਖ ਗਲਤਾਨ। ਜੇ ਤੂੰ ਹੁਣ ਉੱਥੇ ਜਾ ਕੇ ਧਨ ਖਰਚੇਗਾ, ਜਾ ਕੇ ਵੱਡੀਆਂ ਦੇਵੇਂਗਾ ਅਹਿਲਕਾਰ ਵਜ਼ੀਰਾਂ ਨੂੰ, ਪੁਲਿਸ ਅਫਸਰਾਂ ਨੂੰ, ਤੇ ਚਿੰਤਾ ਵਿੱਚ ਤੇਰਾ ਹਮੇਸ਼ਾ ਲਈ ਪੁੱਠੀਆਂ ਸੋਚਾਂ ਸੋਚਦਾ ਰਹੇਗਾ, ਅੱਠੇ ਪੈਰ ਦੁੱਖ ਦੇ ਵਿੱਚ ਹੀ ਗਲਤਾਨ ਰਵੇਂਗਾ। ਬਿਨੈ ਕਰਨ ਅਰਦੀਨ ਹੋਣ ਬਹੁ ਇਨ ਫਲ ਬਿਨ ਪਾਏ ਨਾ ਕਛਪਾਨ। ਤੇ ਤੂੰ ਉਹਨਾਂ ਦੇ ਜਾ ਕੇ ਅੱਗੇ ਨਿਮਾਣਾ ਜਾ ਬਣੇਗਾ, ਆਜਿਜ਼ ਹੋਵੇਂਗਾ, ਮਿੰਨਤਾਂ ਤਰਲੇ ਕਰੇਗਾ, ਤੇ ਆਪਣੇ ਵਕਾਰ ਨੂੰ, ਆਪਣੇ ਸਤਕਾਰ ਨੂੰ ਦਾਅ ਤੇ ਲਾ ਦੇਵੇਂਗਾ। ਇਸ ਫਲ ਤੋਂ ਬਿਨਾਂ ਹੋਰ ਤੇ ਤੈਨੂੰ ਕੁਝ ਵੀ ਹੱਥ ਨਹੀਂ ਆਉਣਾ। ਜਿਵੇਂ ਤੇਰੀ ਸੋਚ ਹੈ, ਹੁਣ ਤੁਰਕਾਂ ਦਾ ਖੁਸ਼ਾਮਤੀ ਹੋ ਕੇ ਉੱਥੇ ਜਾ ਕੇ ਸੰਗਤਾਂ ਦਾ ਧਨ ਉਹ ਬਰਬਾਦ ਕਰੇਗਾ ਤੇ ਨਾਲ ਉਹਨਾਂ ਦੇ ਅੱਗੇ ਜਾ ਕੇ ਲੇਲਣੀਆਂ ਕੱਢੇਗਾ। ਇਹ ਗੱਲ ਚੰਗੀ ਨਹੀਂ ਹੈ। ਸ਼੍ਰੀ ਨਾਨਕ ਤੇ ਆਦਿ ਗੁਰੂ ਸਭ ਜਗ ਮੈਂ ਮਹਿਮਾ ਇਨਹੁ ਮਹਾਨ। ਦੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਤਿਗੁਰੂ ਹੋਏ ਨੇ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਸਾਡੇ ਪਿਤਾ ਹੋਏ ਹਨ। ਅਦਬ ਕਰਹਿ ਸਭ ਸੀਸ ਨਵਾਵੈ ਪਾਤਸ਼ਾਹ ਆਦਿਕ ਨਰ ਜਾਨ। ਉਹਨਾਂ ਦੀ ਸੰਸਾਰ ਵਿੱਚ ਬੜੀ ਮਹਿਮਾ ਹੋ ਰਹੀ ਹੈ। ਸਭ ਲੋਕ ਵਡਿਆਈਆਂ ਕਰਦੇ ਨੇ, ਇੱਥੋਂ ਤੱਕ ਰਾਜੇ ਮਹਾਰਾਜੇ ਬਾਦਸ਼ਾਹ ਤੱਕ ਵੀ ਗੁਰੂ ਨਾਨਕ ਦੇ ਘਰ ਦਾ ਅਦਬ ਕਰਦੇ ਨੇ, ਸੀਸ ਨਵਾਉਂਦੇ ਨੇ। ਬਾਬਰ ਵੀ ਗੁਰੂ ਮਹਾਰਾਜ ਦਾ ਮੁਰੀਦ ਬਣਿਆ। ਅਕਬਰ ਬਾਦਸ਼ਾਹ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਝੁਕਿਆ ਤੇ ਉਹਨੇ 84 ਪਿੰਡਾਂ ਦਾ ਪਰਗਣਾ ਭੇਟ ਕੀਤਾ ਤੇ ਨਾਲ ਹੀ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਸੀ, ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਇਸ ਤੋਂ ਆਦ ਲੈ ਕੇ ਬਾਦਸ਼ਾਹ ਵੀ ਗੁਰੂ ਨਾਨਕ ਦੇ ਘਰ ਮੂਹਰੇ ਝੁਕਦੇ ਰਹੇ ਹਨ। ਜਬ ਤੁਮ ਗਏ ਪੁਕਾਰ ਕਰਨ ਕੋ, ਝਗਰੋ ਦੋਏ ਦਿਸ਼ ਰਿਸਿਆਤ ਠਾਨ। ਤੇ ਜਦੋਂ ਤੂੰ ਉੱਥੇ ਪੁਕਾਰ ਕਰਨ ਵਾਸਤੇ ਗਿਆ ਤੇ ਦੋਹਾਂ ਪਾਸਿਆਂ ਦਾ ਝਗੜਾ ਸੁਣ ਕੇ ਤੇ ਜਿਹੜੇ ਬਾਦਸ਼ਾਹ ਲੋਕ ਨੇ ਉਹ ਵੀ ਹੈਰਾਨ ਹੋਣਗੇ ਤੇ ਨਾਲੇ ਉਹ ਵੀ ਸਾਡੇ ਨਾਲ ਕੋਈ ਅੱਛਾ ਸਤਕਾਰ ਦਾ ਸਲੂਕ ਨਹੀਂ ਕਰਨਗੇ। ਫੇਰ ਨ ਪੂਜਹਿ ਬੰਧਨ ਠਾਨ ਹੈ, ਜਾਣਹਿਗੇ ਧਨ ਕੇ ਹਿਤਵਾਨ। ਦੇਖ ਜੇ ਤੂੰ ਉੱਥੇ ਗਿਆ ਨਾ ਦਿੱਲੀ ਵਿੱਚ, ਜਿਹੜੇ ਬਾਦਸ਼ਾਹ ਲੋਕ ਹੁਣ ਗੁਰੂ ਨਾਨਕ ਦੇ ਘਰ ਨੂੰ ਪੂਜਦੇ ਨੇ, ਮੱਥਾ ਟੇਕਦੇ ਨੇ, ਫੇਰ ਨਹੀਂ ਉਹ ਐਸਾ ਕੁਝ ਹੋਵੇਗਾ। ਨਾ ਉਹਨਾਂ ਨੇ ਗੁਰੂ ਘਰ ਨੂੰ ਮੰਨਣਾ ਤੇ ਨਾ ਕਿਸੇ ਨੇ ਸਤਕਾਰ ਕਰਨਾ। ਕੀ ਕਹਿਣਗੇ? ਇਹ ਤਾਂ ਸਾਰੇ ਧਨ ਦੇ ਲੋਭੀ ਨੇ, ਇਹ ਤੇ ਧਨ ਦੇ ਪਿੱਛੇ ਲੜਦੇ ਫਿਰਦੇ ਨੇ, ਤੇ ਇਹ ਬਦਨਾਮੀ ਵਾਲੀ ਗੱਲ ਹੋਵੇਗੀ। ਇਤਿਆਦਿਕ ਔਗਣ ਹੈ ਲੱਖੋਂ, ਤਜੋ ਵਿਰੋਧ ਸਰਲ ਉਰ ਹੋਏ। ਇਸੇ ਕਰਕੇ ਮਹਾਦੇਵ ਕਹਿੰਦੇ ਨੇ, ਭਰਾਤਾ ਜੀ ਤੁਸੀਂ ਆਪਣੇ ਹਿਰਦੇ ਵਿੱਚੋਂ ਵੈਰ ਵਿਰੋਧ ਛੱਡ ਦਿਓ, ਆਪਣਾ ਦਿਲ ਸਾਫ਼ ਕਰੋ। ਤੇ ਜੇ ਤੁਸੀਂ ਐਸਾ ਕਰੋਗੇ, ਇਹਦੇ ਵਿੱਚ ਬੜੇ ਔਗਣ ਨੇ, ਬੜੇ ਅਪਰਾਧ ਨੇ, ਬੜੇ ਇਹਦੇ ਮਾੜੇ ਰਿਜ਼ਲਟ ਹੋਣਗੇ। ਕਰੋ ਪਰਸਪਰ ਬੰਧਨ ਭਰਾਤਾ, ਅਤ ਆਨੰਦ ਘਰ ਮੈਂ ਲਿਹੋ ਦੋਏ। ਲੋ ਦੋਵੇਂ ਭਰਾ ਇਕੱਠੇ ਹੋ ਜਾਓ, ਇੱਕ ਦੂਸਰੇ ਨੂੰ ਜਾ ਕੇ ਫਤਿਹ ਬੁਲਾਓ, ਮੱਥਾ ਟੇਕੋ, ਤੇ ਸਾਡੇ ਘਰ ਦੇ ਵਿੱਚ ਹੀ ਖੁਸ਼ੀਆਂ ਖੇੜੇ ਆ ਜਾਣਗੇ ਤੇ ਦੋਵੇਂ ਘਰ ਦੇ ਵਿੱਚ ਹੀ ਰਹਿ ਕੇ ਆਨੰਦ ਮਾਣਿਓ। ਕਮੀ ਪਦਾਰਥ ਕੀ ਕੁਛ ਨਾ ਹਨ, ਸ਼੍ਰੀ ਗੁਰ ਕਰੀ ਕਮਾਈ ਜੋਏ। ਮਹਾਦੇਵ ਕਹਿੰਦਾ ਆਪਾਂ ਨੂੰ ਕਿਸੇ ਗੱਲ ਦਾ ਘਾਟਾ ਥੋੜਾ, ਖਾਣ ਪੀਣ ਵਾਲੇ ਪਦਾਰਥ ਮਾਇਆ ਤੇਰੇ ਕੋਲੇ ਵੀ ਬਹੁਤ ਹੈ, ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਵੀ ਬੇਅੰਤ ਮਾਇਆ ਹੁੰਦੀ, ਉਹ ਤੇ ਸੇਵਾ ਦੇ ਵਿੱਚ ਲਾ ਦਿੰਦੇ ਨੇ, ਤੇ ਮੈਨੂੰ ਵੀ ਕਿਸੇ ਗੱਲ ਦੀ ਕਮੀ ਨਹੀਂ ਹੈ। ਇਸ ਲਈ ਕਿਹੜੀ ਗੱਲ ਦਾ ਝਗੜਾ ਕਰਦੇ ਹੋ ਵੀ ਸਾਨੂੰ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਤੀ ਕਮਾਈ ਹੈ, ਖਾਵੇ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹ ਮੁੱਕਣ ਵਾਲੀ ਨਹੀਂ ਹੈ। ਗੁਣ ਹੈ ਅਧਿਕ ਮੇਲ ਜੇਠਾਨ, ਸੋ ਜਸ ਜਗਤ ਮਹਿ ਕਹਿ ਸਭ ਕੋਏ। ਜੇ ਤੂੰ ਮੇਲ ਕਰ ਲਵੇਂ, ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਸਮਝੌਤਾ ਕਰ ਲਵੇਂ, ਤੇ ਇਹਦੇ ਨਾਲ ਇਹਦਾ ਬਹੁਤ ਵੱਡਾ ਫਾਇਦਾ ਹੋਵੇਗਾ। ਇਹਦੇ ਵਿੱਚ ਜਸ ਵਧੇਗਾ, ਮਹਿਮਾ ਗੁਰੂ ਘਰ ਦੀ ਵਧੇਗੀ, ਤੇ ਇਹ ਗੱਲ ਚੰਗੀ ਤਰ੍ਹਾਂ ਤੂੰ ਆਪਣੇ ਮਨ ਵਿੱਚ ਸਮਝ ਲੈ। ਦੋਹਰਾ ਮਹਾਦੇਵ ਇਮ ਮਹਾਮਤ ਮਹਾ ਕੁਟਲ ਸਮਝਾਏ। ਲੋਕ ਕਵੀ ਜੀ ਕਹਿੰਦੇ ਨੇ ਮਹਾਦੇਵ ਗੁਰਮੁਖ ਬੰਦਾ ਸੀ, ਉਹ ਬਹੁਤ ਟੇਢੀ ਮਤ ਵਾਲੇ ਆਪਣੇ ਵੱਡੇ ਪ੍ਰਾਪ੍ਰਿਥੀ ਨੂੰ ਇਸ ਤਰ੍ਹਾਂ ਸਮਝਾ ਰਿਹਾ ਹੈ। ਜਿਕਵਨ ਬਾਸਨ ਬੂੰਦ ਜਿਮ ਛੋਈ ਨਾ ਮਨ ਕੁਛ ਲਿਆਏ। ਲੋ ਮਹਾਦੇਵ ਨੇ ਦਲੀਲਾਂ ਵੀ ਦਿੱਤੀਆਂ, ਹਵਾਲੇ ਵੀ ਦਿੱਤੇ, ਪ੍ਰਮਾਣ ਵੀ ਦਿੱਤੇ, ਉਕਤੀਆਂ ਜੁਗਤੀਆਂ ਨਾਲ ਵੀ ਸਮਝਾਇਆ, ਪਰ ਪ੍ਰਿਥਵੀ ਦੇ ਮਨ ਤੇ ਕੋਈ ਅਸਰ ਨਹੀਂ ਹੋਇਆ। ਜਿਵੇਂ ਕੋਈ ਘਿਓ ਦੇ ਨਾਲ ਚਿਕਣਾ ਭਾਂਡਾ ਹੋਵੇ, ਉਹਦੇ ਉੱਤੇ ਪਾਣੀ ਦੀ ਬੂੰਦ ਪੈ ਜਾਵੇ, ਤਿਲਕ ਜਾਂਦੀ ਹੈ। ਤੇ ਇਸੇ ਤਰ੍ਹਾਂ ਇਹਦਾ ਜਿਹੜਾ ਮਨ ਸੀ ਈਰਖਾ ਦਵੇਸ਼ ਦੇ ਨਾਲ ਭਰਿਆ ਹੋਇਆ ਸੀ। ਮਹਾਦੇਵ ਦੀਆਂ ਦਲੀਲਾਂ ਦਾ ਇਹਦੇ ਮਨ ਤੇ ਕੋਈ ਅਸਰ ਨਹੀਂ ਹੋਇਆ। ਸੁਣ ਕੇ ਪ੍ਰਿਥਿਆ ਲਖੇ ਮਨ, ਇਹ ਭੋਰੋ ਮਤ ਨਾਹੇ। ਲੌਣ ਪ੍ਰਿਥਿਆ ਵੱਡਾ ਪ੍ਰਾਇ ਸਮਝਦਾ ਹੈ, ਕਹਿੰਦਾ ਮਹਾਦੇਵ ਤੇ ਭੋਲਾ ਹੀ ਹੈ, ਇਹਨੂੰ ਅਕਲ ਹੀ ਨਹੀਂ ਹੈ। ਜਿਹੜਾ ਬੰਦਾ ਗੁਰਮੁਖ ਹੋਵੇ ਤੇ ਨੇਕ ਨੀਅਤ ਵਾਲਾ ਹੋਵੇ, ਦਿਲ ਦਾ ਸਾਫ਼ ਹੋਵੇ, ਉਹਨੂੰ ਲੋਕ ਕਹਿੰਦੇ ਤੇ ਭੋਲਾ, ਇਹ ਤੇ ਮਸਤਾਨਾ ਹੀ ਹੈ। ਤੇ ਹੁਣ ਮਹਾਦੇਵ ਨੂੰ ਇਹ ਕਹਿੰਦਾ ਇਹ ਤੇ ਮਸਤਾਨਾ ਹੀ ਆ, ਭੋਲਾ ਹੀ ਆ। ਆਲਸ ਕੀ ਲਾਲਸ ਜਿਸ ਰਹੇ ਬੈਠ ਕਰ ਮਾਹੇ। ਜਿਹਦੇ ਮਨ ਦੇ ਵਿੱਚ ਆਲਸ ਦੀ ਲਾਲਸਾ ਬਣੀ ਰਹਿੰਦੀ ਹੈ, ਭਾਵ ਇਹ ਆਪਣੇ ਘਰੇ ਸੁਖ ਆਰਾਮ ਦੇ ਵਿੱਚ ਰਹਿਣਾ ਚਾਹੁੰਦਾ ਹੈ, ਤੇ ਇਹਨੂੰ ਇਹ ਨਹੀਂ ਹੈ ਵੀ ਮੈਂ ਕੋਈ ਯਤਨ ਕਰਾਂ, ਮੈਂ ਵੱਡਾ ਬਣਾ, ਤੇ ਜਾਂ ਮੈਂ ਕੋਈ ਬਹੁਤਾ ਧਨੀ ਬਣ ਜਾਵਾਂ, ਕੋਈ ਮੈਂ ਚੌਧਰੀ ਬਣ ਜਾਵਾਂ, ਇਹਨੂੰ ਕੋਈ ਇਹੋ ਜਿਹੀ ਇੱਛਾ ਹੀ ਨਹੀਂ ਹੈ। ਮਹਾਦੇਵ ਤੁਮ ਸੁਣੋ ਭਰਾਤ ਜੀ, ਜੇ ਅਬ ਉਦਮ ਕਰ ਹੋਣਾ ਹੈ। ਹੁਣ ਪ੍ਰਿਥਿਆ ਨੂੰ ਆਪਣੀ ਪੱਟੀ ਪੜਾਉਣ ਦੀ ਕੋਸ਼ਿਸ਼ ਕਰ ਰਿਹਾ, ਕਹਿਣ ਲੱਗਾ ਮਹਾਦੇਵ ਤੁਸੀਂ ਮੇਰੇ ਭਰਾ ਹੋ, ਛੋਟੇ ਭਰਾ ਹੋ, ਤੇ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਵੋ ਵੀ ਸਾਨੂੰ ਉਦਮ ਕਰਨਾ ਚਾਹੀਦਾ, ਉਪਰਾਲਾ ਕਰਨਾ ਚਾਹੀਦਾ, ਕੋਈ ਨਾ ਕੋਈ ਪ੍ਰਸ਼ਾਰਤ ਸਾਨੂੰ ਜ਼ਰੂਰ ਰਲ ਕੇ ਕਰਨਾ ਪਵੇਗਾ। ਸ਼ਤਰ ਸਹੋਦਰ ਨੇ ਸਭ ਲੀਨਸ, ਹਮਰੋ ਬੰਸ ਕਹਾਂ ਤੇ ਖਾਹੇ। ਦੇਖੋ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਦੁਸ਼ਮਣ ਨੇ, ਇਹਨੇ ਸਾਫ਼ ਹੀ ਗੱਲ ਕਹਿ ਦਿੱਤੀ, 70 ਦੁਸ਼ਮਣ ਨੂੰ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਦੁਸ਼ਮਣ ਨੇ, ਤੇ ਉਹਨਾਂ ਨੇ ਸਭ ਕੁਝ ਸੰਭਾਲ ਲਿਆ, ਤੇ ਜਿਹੜੀ ਸਾਡੀ ਬੰਸ ਹੈ
ਹੁਣ ਮੇਰਾ ਵੀ ਤੇ ਪਰਿਵਾਰ ਹੈ, ਮਿਹਰਬਾਨ ਪੁੱਤਰ ਹੈ, ਉਹ ਕਿੱਥੋਂ ਲੈ ਕੇ ਖਾਵੇਗਾ? ਜੋ ਸੰਗਤਾਂ ਦੀ ਮਾਇਆ ਚੜਾਵਾ ਚੜ੍ਹਦਾ ਹੈ ਵੀ ਉਹ ਤੇ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਹੀ ਹੈ, ਪਰ ਇਹਨੂੰ ਇਹ ਨਹੀਂ ਪਤਾ ਉਹ ਤੇ ਸਾਰਾ ਸੇਵਾ 'ਚ ਲੱਗ ਰਿਹਾ, ਪਰ ਇਹ ਚਾਹੁੰਦਾ ਸੀ ਵੀ ਸੰਗਤ ਦੀ ਮਾਇਆ ਮੈਨੂੰ ਮਿਲਣੀ ਚਾਹੀਦੀ ਹੈ, ਉਹਦੇ ਵਿੱਚੋਂ ਹਿੱਸਾ ਭਾਲਦਾ ਹੈ। ਜੇ ਅਬ ਮੋਇਤੇ ਲਈ ਗਈ ਨ ਹੈ ਪੁਨ ਗੁਰਤਾ ਕਿਮ ਕੋ ਲੈ ਪਾਹੇ। ਲਓ, ਜੋ ਮੇਰੇ ਕੋਲੋਂ ਇਹ ਮੇਰਾ ਹੱਕ ਗੁਰਤਾ ਗੱਦੀ ਤੇ ਧਨ ਪਦਾਰਥ ਨਾ ਲਿਆ ਗਿਆ ਤੇ ਮੇਥੋਂ ਬਿਨਾ ਫੇਰ ਇਹ ਕਿਵੇਂ ਮੇਰੀ ਸੰਤਾਨ ਲੈ ਸਕੇਗੀ? ਉਹਨਾਂ ਨੂੰ ਤੇ ਕਿਸੇ ਨੇ ਪੁੱਛਣਾ ਵੀ ਨਹੀਂ ਤੇ ਮੇਰੀ ਸੰਤਾਨ ਤੇ ਭੁੱਖੀ ਮਰੇਗੀ। ਮੈਂ ਸਮਰੱਥ ਹਾਂ ਲੈ ਬੇਕੋ ਇਹ ਬਿਲਮ ਜਾਨ ਕੀ ਦਿੱਲੀ ਮਾਹੇ। ਕਿਉਂਕਿ ਮੈਂ ਤੇ ਸਮਰੱਥ ਹਾਂ, ਮੈਂ ਤੇ ਇਹ ਲੈ ਸਕਦਾ ਆਪਣੀ ਗੁਰਤਾ ਗੱਦੀ ਦਾ ਹੱਕ। ਬਸ ਇਨ ਥੋੜੀ ਜਿਹੀ ਦੇਰ ਹੈ ਵੀ ਮੈਂ ਇੱਕ ਵਾਰੀ ਦਿੱਲੀ ਚਲਿਆ ਜਾਵਾਂ। ਜਦੋਂ ਇੱਕ ਵਾਰੀ ਦਿੱਲੀ ਚਲਿਆ ਗਿਆ, ਸੁਲੀ ਦੇ ਨਾਲ ਪਹਿਲਾਂ ਇਹਦੀ ਮਿੱਤਰਤਾ ਗੰਢੀ ਹੋਈ ਸੀ ਤੇ ਫਿਰ ਉਹਦੀ ਸਿਫਾਰਿਸ਼ ਦੇ ਨਾਲ ਹੋਰ ਅਹਿਲਕਾਰਾਂ ਦੇ ਨਾਲ ਮੰਤਰੀਆਂ ਦੇ ਨਾਲ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਵੋਟੀਆਂ ਦੇਵਾਂਗਾ, ਗਿਫਟ ਦੇਵਾਂਗਾ ਤੇ ਉਹਨਾਂ ਦੇ ਰਾਹੀਂ ਮੈਂ ਬਾਦਸ਼ਾਹ ਦੇ ਥਰੂ ਮੈਂ ਸਾਰੀ ਕਾਰਵਾਈ ਕਰਾਂਗਾ। ਮੇਰੋ ਕਿਆ ਬਿਗੜੈ ਗੋ ਕਹੋ ਤੂੰ ਮਹਿਮਾ ਇਸ ਕੀ ਜਗਤ ਵਿਸਾਲ। ਲੋ ਮਹਾਦੇਵ ਕਹਿੰਦਾ ਨਾ ਵੀ ਇਹ ਘਾਟੇ ਵਾਲਾ ਸੌਦਾ ਜੋ ਤੂੰ ਇਹ ਕੰਮ ਕਰ ਰਿਹਾ, ਕਹਿੰਦਾ ਮੇਰਾ ਕੀ ਵਿਗੜਨਾ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਘਟੇਗੀ। ਗੁਰੂ ਬਣੇ ਨੇ, ਪੂਜਾ ਕਰਵਾਉਂਦੇ ਨੇ, ਇਹਨਾਂ ਤੋਂ ਗੁਰਤਾ ਗੱਦੀ ਮੈਂ ਖੋਹ ਲਈ ਤੇ ਨੁਕਸਾਨ ਇਹਨਾਂ ਦਾ ਹੋਣਾ, ਮੇਰਾ ਤੇ ਕੁਛ ਨਹੀਂ ਜਾਣਾ। ਦਰਬ ਪਦਾਰਥ ਅਦਕ ਅਨੂਠੇ ਚੌਂ ਦਿਸ਼ ਤੇ ਆਵੇਂ ਤਤਕਾਲ। ਕਿਉਂਕਿ ਹੁਣ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੇ ਧਨ ਵੀ ਪਦਾਰਥ ਵੀ ਬੜੇ ਅਸਚਰਜ ਚਾਰੇ ਪਾਸਿਆਂ ਤੋਂ ਆਉਂਦੇ ਨੇ, ਸੰਗਤਾਂ ਲਿਆਉਂਦੀਆਂ ਨੇ, ਭੇਟਾ ਕਰਦੀਆਂ ਹਨ। ਝਗਰਤ ਕੈਦ ਹੋਏ ਤਬ ਹੌਰਾ ਹੇਰੇਂਗੇ ਨਰਦੇਸ਼ਨ ਜਾਲ। ਤੇ ਜਦੋਂ ਝਗੜਾ ਹੋ ਗਿਆ ਤੇ ਝਗੜੇ ਦੇ ਵਿੱਚ ਹੀ ਇਹਨਾਂ ਨੂੰ ਜੇਲ੍ਹ ਜਾਣਾ ਪਵੇਗਾ ਤੇ ਫਿਰ ਇਹਨਾਂ ਦਾ ਸਤਕਾਰ ਜਾਂਦਾ ਰਹੇਗਾ, ਹੌਲੇ ਪੈ ਜਾਣਗੇ ਤੇ ਫਿਰ ਕਿਸੇ ਨੇ ਇਹਨਾਂ ਨੂੰ ਮੱਥਾ ਨਹੀਂ ਟੇਕਣਾ, ਕਿਸੇ ਨੇ ਮਾਇਆ ਨਹੀਂ ਦੇਣੀ, ਕਿਸੇ ਨੇ ਪਦਾਰਥ ਨਹੀਂ ਭੇਟਾ ਕਰਨੇ। ਹਮ ਦੋਨੋਂ ਲਾਗੂ ਐਸ਼ੋ ਜਮਾਹੀ ਗਾਦੀ ਬੈਠ ਭਇਓ ਧਨਵਾਨ। ਦੇਖੋ ਅਸੀਂ ਦੋਨੇ ਵੱਡੇ ਸੀ, ਹਮ ਦੋਨੋਂ ਲੱਗ, ਅਸੀਂ ਹੁਣ ਇਹਨਾਂ ਤੋਂ ਛੋਟੇ ਹੋ ਗਏ ਹਾਂ। ਧਨ ਪਦਾਰਥ ਦੇ ਵਿੱਚ ਕੋਈ ਐਸ਼ਵਰਜ ਦੇ ਵਿੱਚ ਅਸੀਂ ਛੋਟੇ ਪੈ ਗਏ ਹਾਂ ਤੇ ਹੁਣ ਇਹ ਛੋਟੇ ਗੁਰਤਾ ਗੱਦੀ ਸੰਭਾਲ ਕੇ ਬੈਠ ਗਏ ਨੇ ਤੇ ਨਾਲ ਸਾਡੇ ਨਾਲੋਂ ਧਨਵਾਨ ਧਨੀ ਅਮੀਰ ਬਣ ਗਏ ਹਨ। ਚਾਹੋਂ ਦਿਸ਼ ਤੇ ਗਣ ਸੰਗਤ ਸਿੱਖਨ ਆਨ ਗਨ ਦਰਬ ਵਹਤ ਦੇਆਨ। ਕਿਉਂਕਿ ਰੋਜ਼ ਹਜ਼ਾਰਾਂ ਸੰਗਤਾਂ ਉਹਨਾਂ ਦੇ ਕੋਲ ਆਉਂਦੀਆਂ ਨੇ, ਚਾਰੇ ਪਾਸਿਆਂ ਤੋਂ, ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤਾਂ ਆ ਕੇ ਬਹੁਤ ਸਾਰਾ ਧਨ ਤੇ ਕਈ ਤਰ੍ਹਾਂ ਦੇ ਜਿਹੜੇ ਸੁੰਦਰ ਪਦਾਰਥ ਨੇ, ਵਸਤੂਆਂ ਨੇ ਲਿਆ ਕੇ ਭੇਟ ਕਰਦੀਆਂ ਹਨ। ਤੂੰ ਕਿਮ ਜਰਹਿ ਜਲੇ ਨਾ ਔਰ ਮੈਂ ਹਮ ਤੀਨੋਂ ਇੱਕ ਪਿਤਾ ਕੇ ਜਾਨ। ਪ੍ਰਿਥੀਆ ਮਹਾਦੇਵ ਨੂੰ ਕਹਿੰਦਾ ਤੂੰ ਪਤਾ ਨਹੀਂ ਕਿਵੇਂ ਬਰਦਾਸ਼ਤ ਕਰੀ ਜਾਣਾ, ਮੇਥੋਂ ਤੇ ਬਰਦਾਸ਼ਤ ਨਹੀਂ ਹੁੰਦਾ ਵੀ ਅਸੀਂ ਤਿੰਨੇ ਇੱਕੋ ਪਿਤਾ ਦੇ ਪੁੱਤਰ ਹਾਂ ਤੇ ਇੱਕ ਜਾਣਾ ਸਾਰਾ ਕੁਝ ਸੰਭਾਲ ਕੇ ਬੈਠ ਜਾਵੇ ਤੇ ਇਹ ਕੋਈ ਨਿਆਂ ਵਾਲੀ ਗੱਲ ਥੋੜਾ ਹੈ। ਇੱਕ ਮਾਲਕ ਦਵਾ ਰਹੇ ਸ਼ੋਸ਼ੂਸ਼ੇ ਇਮ ਅਨੀਤ ਤੂੰ ਮਨ ਮਹਿਮਾਨ। ਮਹਾਦੇਵ ਨੂੰ ਫੇਰ ਇਹ ਭਰਮਾਉਣ ਦਾ, ਵਰਗ ਲਾਉਣ ਦਾ ਯਤਨ ਕਰਦਾ। ਕਹਿੰਦਾ ਇੱਕ ਮਾਲਕ ਹੋ ਕੇ ਬਹਿ ਗਿਆ, ਦੋ ਅਸੀਂ ਖਾਲੀ ਫਿਰਦੇ ਹਾਂ। ਇਹ ਤੂੰ ਆਪਣੇ ਮਨ ਵਿੱਚ ਗੱਲ ਲਿਆ ਤੇ ਮੇਰੀ ਗੱਲ ਮੰਨ, ਤੂੰ ਮੇਰੇ ਨਾਲ ਰਲ, ਆਪਾਂ ਦੋਵੇਂ ਰਲ ਕੇ ਕੰਮ ਕਰਾਂਗੇ ਤੇ ਫਿਰ ਬਹੁਤ ਛੇਤੀ ਇਹ ਕੰਮ ਹੋ ਸਕਦਾ। ਪਾਤਸ਼ਾਹ ਪੈ ਕਰੂੰ ਪੁਕਾਰਨ ਗੁਰਤਾ ਲੈਵੋ ਤੂਰਨ ਸ਼ੀਨ। ਮੈਂ ਹੁਣ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਾਂਗਾ, ਸਾਰੀ ਗੱਲਬਾਤ ਦੱਸਾਂਗਾ ਤੇ ਇਹ ਜਿਹੜੀ ਗੁਰੂ ਨਾਨਕ ਦੀ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਹੈ ਨਾ ਤੇ ਮੈਂ ਖੋਹ ਲੈਣੀ ਹੈ। ਦੇਖੋ ਕਿੰਨਾ ਇਹਦਾ ਵੀ ਪੁੱਠੇ ਪਾਸੇ ਦਿਮਾਗ ਲੱਗਿਆ ਹੋਵੇ। ਜਿਹੜੀ ਗੁਰੂ ਘਰ ਦੀ ਬਖਸ਼ ਹੈ ਉਹ ਤੂੰ ਕਿਵੇਂ ਲੈ ਸਕਦਾ? ਪਰ ਇਹਨੂੰ ਇਹੀ ਸੀਗਾ ਵੀ ਸ਼ਾਇਦ ਇਹ ਸਰਕਾਰੀ ਦਰਬਾਰੇ ਜਾ ਕੇ ਹੀ ਤੇ ਮੈਂ ਇਹ ਕਾਮਯਾਬ ਹੋ ਜਾਵਾਂਗਾ। ਸੁਖ ਸੋ ਨਹੀਂ ਬਾਸ ਬੇਦੇਮ ਸੰਕਟ ਪਰੇ ਹੋਏ ਬਹੁ ਦੀਨ। ਮੈਂ ਕਦੇ ਸੁਖ ਦੇ ਨਾਲ ਇਹਨਾਂ ਨੂੰ ਵਸਣ ਨਹੀਂ ਦੇਵਾਂਗਾ ਤੇ ਜਦੋਂ ਇਹਨਾਂ ਤੇ ਦੁੱਖ ਪਿਆ ਨਾ, ਬਰੰਟ ਨਿਕਲੇ, ਜੇਲ੍ਹ ਹੋ ਗਈ ਤੇ ਫਿਰ ਬਹੁਤ ਨਿਮਾਣੇ ਤੇ ਆਜਿਜ਼ ਦੇ ਗਰੀਬੜੇ ਬਣ ਜਾਣਗੇ। ਮਹਾਦੇਵ ਤੁਮ ਭੋਲੇ ਅਤਸ਼ੈ ਹਾਨ ਲਾਭ ਕੀ ਸਮਝ ਬਹੀਨ। ਇਹ ਪ੍ਰਿਥੀਆ ਚੁਸਤ ਚਲਾਕ ਸੀ, ਕਹਿੰਦਾ ਮਹਾਦੇਵ ਤੂੰ ਤੇ ਭੋਲਾ ਭਾਲਾ ਹੀ ਹੈ, ਤੈਨੂੰ ਕੋਈ ਨਫੇ ਨੁਕਸਾਨ ਦੀ ਕੋਈ ਸਮਝ ਹੀ ਨਹੀਂ ਹੈ, ਤੂੰ ਆਪਣੇ ਨਫੇ ਨੁਕਸਾਨ ਬਾਰੇ ਵੀ ਨਹੀਂ ਸੋਚ ਸਕਦਾ
ਬਸ ਤੂੰ ਤੇ ਐਵੇਂ ਗੱਲਾਂ ਦੇ ਵਿੱਚ ਆਉਣ ਵਾਲਾ ਹੈ। ਮੋਹਿ ਕਹੇ ਕੋ ਇਸੀ ਸਮੇਂ ਕੋ ਝੂਰੂੰਗੇ ਮੈਂ ਕਿਉਂ ਨਹਿ ਕੀਨ। ਮੈਂ ਹੁਣ ਇਹ ਗੱਲ ਮੇਰੀ ਯਾਦ ਰੱਖੀ, ਮੈਂ ਜਿਹੜੀ ਤੈਨੂੰ ਗੱਲ ਕਹਿ ਰਿਹਾ ਨਾ, ਜੇ ਤੂੰ ਹੁਣ ਮੇਰੀ ਗੱਲ ਨਾ ਮੰਨੀ, ਮੌਕਾ ਖੁੰਝਾ ਬੈਠਾ, ਤੇ ਫਿਰ ਤੂੰ ਮੇਰੀ ਗੱਲ ਨਹੀਂ ਮੰਨੇਗਾ ਤੇ ਫਿਰ ਸਾਰੀ ਉਮਰ ਹੀ ਝੂਰਦਾ ਰਵੇਂਗਾ, ਪਛਤਾਉਂਦਾ ਰਵੇਂਗਾ ਵੀ ਮੈਂ ਕਿਉਂ ਨਾ ਉਹਦੀ ਗੱਲ ਮੰਨ ਲਈ, ਕਿਉਂ ਨਹੀਂ ਪ੍ਰਿਥਵੀ ਨਾਲ ਰਲ ਗਿਆ। ਸ਼੍ਰੀ ਅਰਜਨ ਨਿਜ ਛਲ ਬਲ ਕਰਤਾ ਤੁਮ ਸੂਦੇ ਛਲ ਸੁਖ ਹੋ ਨਾ ਜਾਨ। ਤੈਨੂੰ ਪਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਿਵੇਂ ਆਪਣੇ ਦੇ ਨਾਲ ਛਲ ਬਲ ਧੱਕਾ ਜ਼ਬਰਦਸਤੀ ਕਰ ਰਹੇ ਨੇ, ਤੇ ਤੂੰ ਤੇ ਸਿੱਧਾ ਭੋਲਾ ਭਾਲਾ, ਤੂੰ ਉਹਨਾਂ ਦੇ ਛਲ ਨੂੰ ਸਮਝ ਨਹੀਂ ਸਕਦਾ। ਤੁਝ ਪ੍ਰਸੰਨ ਕਰ ਦੇ ਤਨ ਮਰ ਹੋਏ ਤਰਾਸ ਧਰਤ ਇਹ ਝਗਰ ਨਾ ਠਾਨ। ਲੋ ਤੈਨੂੰ ਤੇ ਐਵੇਂ ਬਸ ਜੀ ਹਜੂਰੀ ਕਰਕੇ ਖੁਸ਼ ਕਰ ਲੈਂਦੇ ਨੇ, ਐਵੇਂ ਵਡਿਆਈ ਜੀ ਦੇ ਕੇ, ਨੀਵੇਂ ਜੇ ਹੋ ਕੇ, ਮਿੱਠੀਆਂ ਮਿੱਠੀਆਂ ਸੁਣਾ ਕੇ ਤੈਨੂੰ ਖੁਸ਼ ਕਰ ਲੈਂਦੇ ਨੇ, ਤੇ ਨਾਲੇ ਉਹ ਡਰਦੇ ਨੇ ਵੀ ਕਿਤੇ ਇਹ ਵੀ ਝਗੜਾ ਨਾ ਕਰਨ ਲੱਗ ਪਵੇ। ਤੀਨੋਂ ਹਮ ਜਿਸ ਕੇ ਅਧਿਕਾਰੀ ਲੈ ਬੈਠੋ ਏਕਲ ਸੁਖ ਮਾਨ। ਪਿਤਾ ਦੀ ਹਰ ਚੀਜ਼ ਦੇ ਤਿੰਨੇ ਪੁੱਤਰ ਬਰਾਬਰ ਦੇ ਹੱਕਦਾਰ ਹੁੰਦੇ ਨੇ, ਇਹ ਹੁਣ ਕੱਲਾ ਹੀ ਸਾਰਾ ਕੁਝ ਸੰਭਾਲ ਕੇ ਬੈਠ ਗਿਆ ਤੇ ਬੜੀਆਂ ਮੌਜਾਂ ਸੁਖ ਮਾਣ ਰਿਹਾ ਹੈ। ਸਭ ਮਸੰਦ ਕਹਿ ਆਪਨਾਏ ਚੌਂ ਦਿਸ਼ ਤੇ ਧਨ ਆਏ ਮਹਾਨ। ਜਿੰਨੇ ਮਸੰਦ ਮੁਖੀ ਜਥੇਦਾਰ ਸਨ ਸੰਗਤਾਂ ਦੇ, ਉਹ ਕਹਿ ਕੇ ਇਹਨੇ ਆਪਣੇ ਨਾਲ ਜੋੜ ਲਏ ਨੇ। ਹੁਣ ਚਾਰੇ ਪਾਸਿਆਂ ਤੋਂ ਬੇਅੰਤ ਧਨ ਆਉਂਦਾ ਹੈ, ਗੁਰੂ ਮਹਾਰਾਜ ਤੇ ਸੇਵਾ ਤੇ ਪਰਉਪਕਾਰ ਵਾਸਤੇ ਖਰਚ ਕਰਦੇ ਨੇ, ਪਰ ਇਹਨੂੰ ਉਹ ਰੜਕਦੀ ਹੈ ਗੱਲ ਵੀ ਇਹ ਧਨ ਕਿਉਂ ਆ ਰਿਹਾ, ਕਿਉਂ ਇਹਨਾਂ ਦਾ ਜਸ ਹੋ ਰਿਹਾ ਹੈ। ਅਬ ਅਪਾਵ ਹੋਏ ਸਕੇ ਸੰਗ ਚੱਲ ਕਿਉਂ ਚੂਕਤ ਚਿਤ ਚੌਕ ਸੁਚੀਨ। ਦੇਖ ਹੁਣ ਯਤਨ ਹੋ ਸਕਦਾ ਹੈ, ਚੱਲ ਮੇਰੇ ਨਾਲ ਦਿੱਲੀ ਨੂੰ, ਤੇ ਫਿਰ ਤੂੰ ਕਿਉਂ ਸਮਾਂ ਖੁੰਝਾ ਰਿਹਾ ਹੈ, ਤੇ ਚਿੱਤ ਵਿੱਚ ਸਾਵਧਾਨ ਹੋ ਕੇ ਇਸ ਗੱਲ ਦੀ ਵਿਚਾਰ ਕਰ। ਤੇਰੋ ਅਰਗ ਪ੍ਰਤਾਪ ਵਧੇ ਗੋ ਹਮ ਪੀ ਤੁਝ ਤੇ ਹੋ ਮਹੀਨ। ਹਾਂ ਜੇ ਤੂੰ ਮੇਰੇ ਨਾਲ ਤੁਰ ਪਿਆ ਨਾ, ਤੇ ਤੇਰਾ ਪ੍ਰਤਾਪ ਬਹੁਤਾ ਵੱਧ ਜਾਵੇਗਾ। ਮੈਂ ਕਹਾਂਗਾ ਇਹਨੂੰ ਗੁਰੂ ਬਣਾ ਦਿਓ, ਮੈਂ ਵੀ ਨਹੀਂ ਬਣਦਾ, ਗੁਰੂ ਅਰਜਨ ਦੇਵ ਮਹਾਰਾਜ ਵੀ ਨਾ ਰਹਿਣ, ਤੇ ਤੂੰ ਗੁਰੂ ਬਣ ਗਿਆ ਤੇ ਅਸੀਂ ਤੇਰੇ ਨਾਲੋਂ ਸਗੋਂ ਛੋਟੇ ਹੋ ਜਾਵਾਂਗੇ। ਕੁਝ ਪਰ ਮੈਂ ਪ੍ਰਸੰਨ ਅਦਕ ਨਿਤ ਗੁਰੂ ਬਨਹਿ ਬੈਠੇ ਦੁਤਲੀਨ। ਮੈਂ ਤੇਰੇ ਤੇ ਬੜਾ ਖੁਸ਼ ਹਾਂ, ਤੂੰ ਗੁਰੂ ਬਣ ਜਾਏ ਤੇ ਮੈਂ ਤੇਰੇ ਨਾਲ ਸਹਿਮਤ ਹੋਵਾਂਗਾ। ਤੂੰ ਗੁਰੂ ਬਣ ਕੇ ਬੈਠੀ ਤੇ ਸੋਭਾ ਖੱਟੀ ਤੇ ਵਡਿਆਈ ਪ੍ਰਾਪਤ ਕਰੀ, ਤੇ ਮੈਂ ਤੇਰੇ ਨਾਲ ਹੋਵਾਂਗਾ। ਚਾਹੋਂ ਦਿਸ ਕੀ ਸੰਗਤ ਮਿਲ ਪੂਜਹਿ ਅਨਕੋ ਪਾਇਨ ਅਰਪਨ ਕੀਨ। ਤੇ ਚਾਰੇ ਪਾਸਿਆਂ ਦੀ ਸੰਗਤ ਆ ਕੇ ਮਿਲ ਕੇ ਪੂਜਿਆ ਕਰੇਗੀ ਤੇਰੇ ਚਰਨਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਵੀ ਅਰਪਣ ਕਰੇਗੀ। ਛਲਕਾਰੀ ਔਰ ਕਪਟ ਕਰਹਿ ਨਿਤ ਮੋਹਿ ਨ ਨੀਕੋ ਲਾਗੇ ਸੋਏ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਕਹਿੰਦਾ ਉਹ ਤੇ ਬੜੇ ਛਲ ਕਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਕਪਟ ਭਰਿਆ ਹੋਇਆ ਹੈ, ਮੈਨੂੰ ਨਹੀਂ ਉਹ ਚੰਗੇ ਲੱਗਦੇ। ਤੂੰ ਤੇ ਠੀਕ ਹੈ ਉਹਨਾਂ ਦੀ ਝੂਠੀ ਤਾਰੀਫ ਕਰਦਾ ਹੈ, ਪਰ ਮੈਨੂੰ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਚੰਗੇ ਲੱਗਦੇ। ਵੇਖ ਸਰੂਪ ਕੰਠਖ ਚਖ ਚੁਭਤੇ ਚਿਤ ਮਹਿ ਚਹਿਤ ਨਾ ਚਿਤਵਤ ਹੋਏ। ਉਹ ਇਹਦੇ ਅੰਦਰ ਦੀ ਭਾਵਨਾ ਪ੍ਰਗਟ ਕਰਦਾ ਹੈ, ਕਹਿੰਦਾ ਜਦੋਂ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੇਖ ਲੈਣਾ ਨਾ, ਮੇਰੀਆਂ ਤਾਂ ਅੱਖਾਂ ਵਿੱਚ ਕੰਡੇ ਚੁਭਦੇ ਨੇ, ਕਣ ਪੈ ਜਾਂਦਾ ਹੈ। ਮੈਂ ਤੇ ਚਿੱਤ ਵਿੱਚ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ। ਸੁਜਸ ਬਾਗ ਤਿਸ ਕੇ ਅਤ ਤੀਖਨ ਬਾਣ ਸਮਾਨ ਕਾਨ ਲਗ ਦੋਏ। ਜਦੋਂ ਕੋਈ ਗੁਰੂ ਅਰਜਨ ਦੇਵ ਮਹਾਰਾਜ ਦਾ ਜਸ ਕਰਦਾ ਹੈ, ਉਹਨਾਂ ਦੀ ਵਡਿਆਈ ਕਰਦਾ ਹੈ, ਮੈਨੂੰ ਤੇ ਤਿੱਖੇ ਤੀਰਾਂ ਵਾਂਗੂ ਲੱਗਦੇ ਨੇ, ਤੇ ਕੰਨਾਂ ਨੂੰ ਚੀਰ ਕੇ ਮੇਰੇ ਸੀਨੇ ਨੂੰ ਉਹ ਬਚਨ ਵਹਿਨ ਦਿੰਦੇ ਹਨ। ਰਿਤ ਕੋ ਬੇਦਤ ਕਰਕਤ ਨਿਸ ਦਿਨ ਤਿਹ ਸੁਣ ਬਚਨ ਇਸੀ ਸਮਝੋਏ। ਲੋਕ ਕਹਿੰਦੇ ਨੇ ਜਿਹੜੇ ਗੁਰੂ ਮਹਾਰਾਜ ਦੇ ਜਸੇ ਬਚਨ ਨੇ ਨਾ, ਕੰਨਾਂ ਰਾਹੀਂ ਤੀਰਾਂ ਵਾਂਗੂ ਅੰਦਰ ਜਾਂਦੇ ਨੇ, ਮੇਰੇ ਅੰਦਰ ਸੀਨੇ ਨੂੰ ਦਿਲ ਨੂੰ ਵਹਿਨ ਦਿੰਦੇ ਨੇ। ਤੇ ਇਸ ਕਰਕੇ ਦਿਨ ਰਾਤ ਵੀ ਇਸੇ ਤਰ੍ਹਾਂ ਦੀ ਮੇਰੀ ਹਾਲਤ ਬਣੀ ਰਹਿੰਦੀ ਹੈ। ਮੈਂ ਗੁਰੂ ਮਹਾਰਾਜ ਦੀ ਮਹਿਮਾ ਦੇ ਬਚਨ ਸੁਣ ਨਹੀਂ ਸਕਦਾ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸੁਣ ਲਿਆ ਵੀ ਮਹਾਂ ਦੇ ਪ੍ਰਿਥੀਆ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਪਰ ਪ੍ਰਿਥੀਆ ਉਹਨਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਸਮੇਂ ਅਨੁਸਾਰ ਸਰਵਣ ਕਰਨਾ। ਹੁਣ ਢਾਡੀ ਜਥੇ ਦਾ ਸਮਾਂ ਹੋ ਗਿਆ ਹੈ, ਆਪ ਸੰਗਤਾਂ ਉਹਨਾਂ ਦੇ ਪਾਸੋਂ ਇਤਿਹਾਸ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਰਿੱਧ ਕੋ ਭੇਦਤ ਕਰਕਤ ਨਿਸ ਦਿਨ ਤਿਹ ਸੁਣ ਬਚਨ ਇਸੀ ਸਮਝੋਏ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।